ਤੇ ਕਿੰਨੇ ਬੱਚੇ ਵੇਚੇ, ਕਿੰਨੇ ਦੇ ਵੇਚੇ ਔਰ ਕਿੰਨਾ ਪ੍ਰੋਫਿਟ ਕਮਾਇਆ? ਅਸੀਂ 4 ਕਰੋੜ ਦੇ ਜਾਨਵਰ ਪਾਏ ਸਨ, 3 ਕਰੋੜ ਖਰਚਾ ਕੀਤਾ ਔਰ 3 ਕਰੋੜ ਵਿੱਚੋਂ ਬਚਿਆ। ਅਸੀਂ 3 ਕਰੋੜ ਰੁਪਇਆ ਦਾ ਕੀ ਉਹਨਾਂ ਤੇ ਇਨਵੈਸਟ ਕੀਤਾ? ਬੱਚੇ ਖਰੀਦਦੇ ਕਿੱਥੋਂ, ਉਹ ਕਿਸ ਤਰ੍ਹਾਂ ਖਰੀਦਦੇ ਔਰ ਖਰੀਦਦਾਰੀ ਦੇ ਵਿੱਚ ਕੀ ਰਾਜ਼? 5 ਜਮਾਤਾਂ ਪੜਿਆ ਉਹ ਬੰਦਾ ਉਹ ਗੱਲਾਂ ਦੱਸਣ ਡਿਆ ਜਿਹੜਾ ਇੱਕ ਡਾਕਟਰ ਨੂੰ ਵੀ ਨਹੀਂ ਏਦਾਂ ਹਕੀਕਤ ਦੇ ਵਿੱਚ ਪਤਾ ਹੁੰਦਾ। ਬੱਚਿਆਂ ਨੂੰ ਵੰਡਾ ਕਿਹੜਾ ਅੱਛਾ ਹੈ, ਕਿਸ ਤਰ੍ਹਾਂ ਤਿਆਰ ਕਰਨਾ ਚਾਹੀਦਾ, ਕਿਹੜੀਆਂ ਮੰਡੀਆਂ ਫਿਰਦੇ ਹੋ, ਕਿਰਾਇਆ ਕਿੰਨਾ ਤੁਹਾਨੂੰ ਸਲਾਟਰ ਹਾਊਸ ਦਾ ਪੈਂਦਾ? ਈਦ ਤੋਂ ਪਹਿਲੇ ਜਿਹੜੇ ਬੰਦੇ ਵੱਛੇ ਖਰੀਦ ਕੇ ਮੁਨਾਫਾ ਕਮਾਉਣਾ ਚਾਹੁੰਦੇ ਨੇ ਉਹ ਰੋਜ਼ਿਆਂ 'ਚ ਵੱਛੇ ਖਰੀਦਣ, 10 ਦਿਨ ਪਹਿਲੇ ਖਰੀਦਣ, 1 ਮਹੀਨਾ ਪਹਿਲੇ ਖਰੀਦਣ, ਕਿੱਥੋਂ ਵੱਛੇ ਉਹ ਕਿਸ ਤਰ੍ਹਾਂ ਖਰੀਦਣ? ਖਰੀਦਣ ਲਈ ਇੱਕ ਨਵੇਂ ਬੰਦੇ ਲਈ ਕੀ ਪਹਿਚਾਣ ਹੁੰਦੀ ਹੈ? 2 ਮਹੀਨੇ ਐਸੇ ਦੱਸੋ ਜਿਨ੍ਹਾਂ ਦੇ ਵਿੱਚ ਵੱਛਿਆਂ ਦਾ ਰੇਟ ਮੰਡੀਆਂ 'ਚ ਸਭ ਤੋਂ ਘੱਟ ਤੇ ਮਕਬੂਲ ਹੁੰਦਾ। ਵੱਛਿਆਂ ਦੇ ਵਿੱਚ ਅੱਜ ਤੱਕ ਕੀ ਸਮਝਦੇ ਹੋ ਕਿ ਫਲਾਣਾ ਕੰਮ ਕਰਿਆ ਨੁਕਸਾਨ ਹੋ ਜਾਂਦਾ, ਕਿ 2 ਤੋਂ ਸ਼ੁਰੂ ਕਰ ਲੈਣ, 10 ਤੋਂ ਕਰ ਲੈਣ, 50 ਤੋਂ ਕਰ ਲੈਣ, 100 ਤੋਂ ਕਰ? ਪਿਛਲੇ 5 ਸਾਲਾਂ ਤੋਂ ਵੱਛਾ ਫਾਰਮਿੰਗ ਕਰਕੇ ਮੈਂ ਪੈਸੇ ਕਿਵੇਂ ਕਮਾ ਰਿਹਾ ਤੁਹਾਨੂੰ ਇਸ ਵੀਡੀਓ 'ਚ ਸਾਰੀ ਹਕੀਕਤ ਦੱਸਾਂਗਾ। ਬਛੜਾ ਫਾਰਮਿੰਗ ਦੇ ਬਾਰੇ ਦੋਸਤੋ ਬੜੀਆਂ ਅਫਵਾਹਾਂ ਨਿਕਲਣ ਡਈਆਂ ਨੇ ਕਿ ਫਲਾਣੇ ਨੇ ਇੰਨੇ ਕਰੋੜ ਕਮਾ ਲਏ, ਫਲਾਣੇ ਨੇ ਇੰਨੇ ਕਰੋੜ ਕਮਾ ਲਏ। ਅਲੀ ਇਮਰਾਨ ਸੰਧੂ ਸਾਹਿਬ ਬਹਾਵਲ ਨਗਰ ਤੋਂ ਮੇਰੇ ਨਾਲ ਮੌਜੂਦ ਨੇ, ਜਿਨ੍ਹਾਂ ਨੇ ਇਸ ਈਦ ਤੇ 10 ਕਰੋੜ ਦੇ ਵੱਛੇ ਵੇਚ ਕੇ ਵਿੱਚੋਂ 3 ਕਰੋੜ ਦਾ ਮੁਨਾਫਾ ਕਮਾਇਆ। ਤਕਰੀਬਨ 300 ਵੱਛਾ ਵੇਚਿਆ, ਇਸ ਟਾਈਮ ਵੀ 150 ਵੱਛਾ ਇਹਨਾਂ ਨੇ ਆਪਣੇ ਕੋਲ ਪਾਇਆ। ਵੰਡਾ ਆਪਣੇ ਘਰ ਬਣਾਉਂਦੇ ਨੇ, ਪਿਛਲੇ 20 ਸਾਲ ਤੋਂ ਵੱਛਾ ਫਾਰਮਿੰਗ ਕਰਦੇ ਨੇ ਪਏ। ਮੁਕੰਮਲ ਤੁਹਾਨੂੰ ਮਾਲੂਮਾਤ ਮਿਲੇਗੀ ਕਿ ਵੱਛਾ ਫਾਰਮਿੰਗ ਤੁਸੀਂ ਸ਼ੁਰੂ ਕਿੱਥੋਂ ਕਰਨੀ ਹੈ, ਕਿਹੜੀਆਂ ਚੀਜ਼ਾਂ ਤੁਹਾਡੇ ਕੋਲ ਹੋਣੀਆਂ ਜ਼ਰੂਰੀ ਨੇ, ਕਿੰਨੀ ਇਨਵੈਸਟਮੈਂਟ ਤੋਂ ਸ਼ੁਰੂ ਕਰਦੇ ਹੋ, ਪੂਰੀ ਪ੍ਰੋਪਰ ਤੁਹਾਨੂੰ ਤਫਸੀਲ ਮਿਲੇਗੀ। ਜੀ ਅਲੀ ਭਾਈ ਅਸਲਾਮ ਵਾਲੇਕਮ। ਵਾਲੇਕੁਮ ਅਸਲਾਮ। ਅਲੀ ਭਾਈ ਤੁਹਾਡੇ ਵਕਤ ਦਾ ਬਹੁਤ ਸ਼ੁਕਰੀਆ। ਜੀ ਪਹਿਲੇ ਤੇ ਇਹ ਦੱਸੋ ਕਿ ਕਿੰਨੀ ਦੇਰ ਤੋਂ ਇਹ ਵੱਛਾ ਫਾਰਮਿੰਗ ਦੇ ਵਿੱਚ ਕੰਮ ਕਰਦੇ ਹੋ ਪਏ? ਤਕਰੀਬਨ ਸਾਨੂੰ 25 ਸਾਲ ਹੋ ਗਏ ਨੇ, ਯਾਨੀ ਕਿ ਵੱਛੜਾ ਫਾਰਮ ਜਿਹੜਾ ਅਸੀਂ ਕੰਮ ਕਰਦੇ ਪਏ 25 ਸਾਲ ਤੋਂ। ਠੀਕ ਹੈ। 25 ਸਾਲ ਦੇ ਵਿੱਚ ਤੁਸੀਂ ਐਸ ਈਦ ਜਿਹੜੀ ਆ ਗੁਜ਼ਰੀ ਹੈ, ਬਕਰਾ ਈਦ, ਕੁਰਬਾਨੀ ਈਦ, ਇਹਦੇ ਉੱਤੇ ਕਿੰਨੇ ਵੱਛੇ ਵੇਚੇ, ਕਿੰਨੇ ਦੇ ਵੇਚੇ ਔਰ ਕਿੰਨਾ ਪ੍ਰੋਫਿਟ ਕਮਾਇਆ? ਅਸੀਂ ਤਕਰੀਬਨ ਵੱਛਾ 300 ਵੇਚਿਆ ਵੇ ਜੀ। ਤੇ ਸਾਰਾ ਵੱਛਾ ਸਾਡੇ ਕੋਲ ਚੋਲਸਤਾਨੀ, ਸਾਈਵਾਲ ਔਰ ਅੱਛੀ ਨਸਲ ਦਾ, ਅੱਛੀ ਕੁਆਲਿਟੀ ਦਾ ਸੀ। ਉਹ ਤਕਰੀਬਨ ਸਾਡੀ ਖਰੀਦ ਸੀ 4 ਕਰੋੜ ਦੀ। ਠੀਕ ਹੈ। 3 ਕਰੋੜ ਉਹਦੇ ਉੱਤੇ ਅਸੀਂ ਖਰਚਾ ਕੀਤਾ ਵੇ। ਠੀਕ ਹੈ। ਤੇ 10 ਕਰੋੜ ਦਾ ਟੋਟਲ ਵਿਕਿਆ ਵੇ, ਯਾਨੀ ਕਿ 3 ਕਰੋੜ ਮੁਨਾਫਾ ਸਾਡੀ 7 ਕਰੋੜ ਸੀ। ਠੀਕ ਹੈ। 3 ਕਰੋੜ ਰੁਪਇਆ ਸਾਨੂੰ ਬਚਿਆ। ਇਹ ਕਿੰਨੀ ਦੇਰ ਦੇ ਵਿੱਚ? ਇਹ ਤਕਰੀਬਨ ਸਾਨੂੰ ਬਚਿਆ 8 ਮਹੀਨੇ ਦੇ ਵਿੱਚ। 8 ਮਹੀਨੇ ਦੇ ਵਿੱਚ? ਕੁਛ ਬੱਚੇ 100 ਵੱਛਾ ਸਾਡਾ ਸੀ ਜਿਹੜਾ ਸਾਲ ਪਹਿਲੇ ਦਾ ਅਸੀਂ ਖਰੀਦਿਆ ਸੀ ਜੀ। ਬਾਕੀ ਜਿਹੜਾ 200 ਵੱਛਾ ਹੈ ਉਹ 8 ਮਹੀਨੇ ਦੀ ਉਹਨਾਂ ਦੀ ਖਰੀਦ ਸੀ। ਠੀਕ ਹੈ। 8 ਮਹੀਨੇ ਦੇ ਵਿੱਚ ਅਸੀਂ ਉਹਨਾਂ ਨੂੰ ਤਿਆਰ ਕੀਤਾ ਜਾਨਵਰਾਂ ਨੂੰ। ਠੀਕ ਹੋ ਗਿਆ। ਅੱਛਾ, ਇਹ 3 ਕਰੋੜ ਦਾ ਮੁਨਾਫਾ ਹੀ ਖੋਲ ਕੇ ਹੁਣ ਅਸੀਂ ਬਿਆਨ ਕਰਨਾ ਹੈ ਕਿ ਕਿਹੜੀਆਂ ਕੰਮ ਤੁਸੀਂ ਨਹੀਂ ਕੀਤੇ ਔਰ ਕਿਹੜੇ ਕੰਮ ਤੁਸੀਂ ਕੀਤੇ ਨੇ, ਕਿਉਂਕਿ ਕਾਮਯਾਬ ਕਿਸੇ ਵੀ ਕੰਮ 'ਚ ਹੋਣ ਲਈ ਦੋਸਤੋ 2 ਹੀ ਚੀਜ਼ਾਂ ਵੇਖਣੀਆਂ ਨੇ ਕਿ ਕਿਹੜੇ ਕੰਮ ਕਰਨੇ ਨੇ ਔਰ ਕਿਹੜੇ ਕਤਨ ਨਹੀਂ ਕਰਨੇ। ਤੇ ਸ਼ੁਰੂ ਕਰਨੇ ਆ ਸਭ ਤੋਂ ਪਹਿਲੇ ਵੱਛਿਆਂ ਦੀ ਖਰੀਦ ਤੋਂ। ਜੀ ਭਾਈ ਵੱਛੇ ਖਰੀਦਦੇ ਕਿੱਥੋਂ, ਉਹ ਕਿਸ ਤਰ੍ਹਾਂ ਖਰੀਦਦੇ ਔਰ ਖਰੀਦਦਾਰੀ ਦੇ ਵਿੱਚ ਕੀ ਰਾਜ਼? ਖਰੀਦਦਾਰੀ ਜਿਹੜੀ ਇਹ ਅਸੀਂ ਕਰਦੇ ਹਾਂ ਲੁੱਡਣ ਮੰਡੀ, ਮਦਰਸਾ, ਮੁਲਤਾਨ ਵੀ ਜਾਈਦਾ ਔਰ ਇੱਥੇ ਸਾਡੇ ਨਜ਼ਦੀਕ ਲੱਗਦੀ ਸ਼ਬਾਜ਼ ਵਾਲਾ ਮੰਡੀ। ਉਹ ਛੋਟੀ ਹੈ, ਥੋੜਾ ਜਾਨਵਰ ਥੋੜਾ ਹੁੰਦਾ ਲੇਕਿਨ ਜਾਨਵਰ ਕੁਆਲਿਟੀ ਦਾ ਹੁੰਦਾ। ਜਾਨਵਰ ਅਸੀਂ ਮੰਡੀ 'ਚੋਂ ਵੇਖ ਕੇ, ਯਾਨੀ ਕਿ ਜਿਹਦਾ ਹੱਡ ਪੈਰ ਖੁੱਲੇ ਹੋਣ, ਉਮਰ ਚੰਗੀ ਹੋਵੇ ਜਾਨਵਰ ਦੀ, ਖੀਰਾ ਜਾਨਵਰ ਅਸੀਂ ਲੈਂਦੇ ਹਾਂ। ਦੋਂਦਾ ਵੀ ਲੈ ਲੈਂਦੇ ਹਾਂ, ਯਾਨੀ ਕਿ ਕੱਦ ਚੰਗਾ ਹੋਣਾ ਚਾਹੀਦਾ ਬੱਚੇ ਦਾ, ਬਣਨਾ ਦਾ ਹੋਣਾ ਚਾਹੀਦਾ, ਲਿੰਗ ਪੈਰ ਚੰਗੇ ਹੋਣ। ਜਿਹੜਾ ਕਲਰ ਹੈ, ਕਲਰ ਤੇ ਬੜਾ ਯਾਨੀ ਕਿ ਇੱਕ ਜਾਨਵਰ ਲਿੱਸਾ ਹੁੰਦਾ, ਕਲਰ ਉਸ ਟਾਈਮ ਉਹਦਾ ਬਿਲਕੁਲ ਧੀਮਾ ਹੁੰਦਾ, ਨਹੀਂ ਸਮਝ ਆ ਰਿਹਾ ਹੁੰਦਾ। ਜਦੋਂ ਉਹ ਜਾਨਵਰ ਚਮਕਦਾ ਹੈ ਨਾ, ਉਹ ਬਹੁਤ ਸੋਹਣਾ ਬਣ ਜਾਂਦਾ, ਯਾਨੀ ਕਿ ਰਾਤ ਰਾਣੀ ਹੁੰਦੀ। ਬਿਲਕੁਲ। ਹਾਂ, ਇਹ ਲਾਜ਼ਮੀ ਨਹੀਂ ਕਿ ਅਸੀਂ ਅਬਲਕ ਲੈਣਾ, ਨੁਕਰਾ ਲੈਣਾ, ਯਾਨੀ ਕਿ ਬਹੁਤ ਸੋਹਣਾ ਜਾ ਕੇ ਅਸੀਂ ਪੈਸੇ ਸਾਰੇ ਲਾਉਣੇ ਨੇ ਉਹਦੇ ਤੇ 3 ਲੱਖ 4 ਲੱਖ ਦਾ ਜਾਨਵਰ ਲੈਣਾ, ਉਹ ਗੱਲ ਨਹੀਂ ਹੈ। ਜਾਨਵਰ ਤੁਸੀਂ ਸਿਰਫ ਲਿੰਗ ਪੈਰ ਚੰਗੇ ਹੋਣ, ਰੰਗ ਲਾਲ ਹੋਵੇ, ਕਾਲਾ ਹੋਵੇ, ਡੱਬਾ ਹੋਵੇ, ਚੀਨਾ ਹੋਵੇ, ਜਿਹੜਾ ਵੀ ਹੋਵੇ, ਸਿਰਫ ਜਦੋਂ ਜਾਨਵਰ ਬਣੇ, ਹਾਈਟ ਚੰਗੀ ਹੋਣੀ ਚਾਹੀਦੀ ਜਾਨਵਰ। ਠੀਕ ਹੈ। ਉਹ ਜਾਨਵਰ ਮਾਰਕੀਟ ਚੰਗਾ ਸੇਲ ਹੁੰਦਾ। ਸਹੀ ਹੈ। ਇਸ ਇਲਾਕੇ ਦੀਆਂ ਕਿਹੜੀਆਂ ਮੰਡੀਆਂ ਫਿਰਦੇ ਹੋ? ਅਸੀਂ ਇਹ ਇਲਾਕੇ ਦੀ ਮੰਡੀ ਜੀ ਮਦਰਸਾ ਤੇ ਲੁੱਡਣ ਤੇ ਸ਼ਬਾਜ਼ ਵਾਲਾ, 3 ਮੰਡੀਆਂ ਜਿਹੜੀਆਂ ਫਿਰ ਕੇ ਤੁਹਾਡਾ ਇਹਦੇ ਚੋਂ ਗੁਜ਼ਾਰਾ ਪੂਰਾ ਹੋ ਜਾਂਦਾ। ਇਸ ਤੋਂ ਬਾਅਦ ਮੰਡੀਆਂ ਤੋਂ ਇਲਾਵਾ ਜਿਹੜਾ ਤੁਸੀਂ ਈਦ ਤੋਂ ਇਲਾਵਾ ਵੀ ਕਿਤੇ ਸੇਲ ਕਰਦੇ ਹੋ? ਈਦ ਤੋਂ ਇਲਾਵਾ ਅਸੀਂ ਸਲੈਟਰ ਮਾਲ ਕਰਾਉਂਦੇ ਹਾਂ। ਕੀ ਰੇਟ ਤੇ ਮੈਕਸਿਮਮ ਹੁੰਦਾ ਰਿਹਾ ਤੁਹਾਡਾ? ਸਾਡਾ ਤਕਰੀਬਨ ਰੇਟ ਜਿਹੜਾ ਨਾ ਈਦ ਤੋਂ ਪਹਿਲੇ, ਰੋਜ਼ਿਆਂ ਤੋਂ ਪਹਿਲੇ 1150 ਤੱਕ ਚਲਾ ਗਿਆ ਸੀ। ਠੀਕ ਹੈ। ਉਸ ਤੋਂ ਬਾਅਦ ਰੇਟ ਘਟਣਾ ਸ਼ੁਰੂ ਹੋਇਆ। ਸਹੀ ਹੈ। ਇਸ ਟਾਈਮ ਰੇਟ ਹੈ 1050 70 ਤੱਕ ਇਹ ਰੇਟ ਹੈ ਇਸ ਟਾਈਮ, ਚੰਗੀ ਕੁਆਲਿਟੀ ਦਾ ਜਾਨਵਰ ਜਿਹੜਾ ਹੈ। ਠੀਕ ਹੈ। ਅਸੀਂ ਇਸ ਟਾਈਮ ਹੀ ਜ਼ਿਬਾ ਕਰਵਾ ਰਹੇ ਹਾਂ। ਸਹੀ ਹੋ ਗਿਆ। 1070 ਤੱਕ ਸਾਡਾ ਯਾਨੀ ਕਿ ਮਾਲ ਜ਼ਿਬਾ ਹੋ ਰਿਹਾ। ਸਹੀ ਹੋ ਗਿਆ। ਇਸ ਤੋਂ ਬਾਅਦ ਤੁਹਾਨੂੰ ਪੁੱਛਨੇ ਆ ਕਿ ਵੱਛੇ ਤੁਸੀਂ ਰੱਖੇ ਨੇ ਜੀ, ਵੱਛਿਆਂ ਦੀ ਖੁਰਾਕ ਇਸ ਟਾਈਮ ਕੀ, ਜਾਂ ਪਿਛਲੇ ਜਿਹੜਾ ਤੁਸੀਂ 3 ਕਰੋੜ ਰੁਪਇਆ ਦਾ ਕੀ ਉਹਨਾਂ ਤੇ ਇਨਵੈਸਟ ਕੀਤਾ? ਅਸੀਂ ਜਨਾਬ ਉਹਨਾਂ ਨੂੰ ਘਰ ਦਾ ਵੰਡਾ ਬਣਾ ਕੇ ਦਿੱਤਾ। ਜੀ ਜੀ। ਸਾਡੇ ਯਾਨੀ ਕਿ ਵੰਡਾ ਜਿਹੜਾ ਵੇ 13 14 ਚੀਜ਼ਾਂ ਪੈਂਦੀਆਂ ਵੱਡੇ ਦੇ ਵਿੱਚ। ਠੀਕ ਹੈ। ਵੰਡਾ ਬਣਾ ਕੇ ਉਸ ਤੋਂ ਬਾਅਦ ਜਿਹੜੀ ਤੂੜੀ ਹੈ ਤੇ ਵੰਡਾ ਨਾਲ ਸਾਈਲੇਜ ਪਾਉਂਦੇ ਹਾਂ। ਸਿਰਫ ਜਾਨਵਰ ਨੂੰ 2 ਤੋਂ 2.5 ਕਿਲੋ, ਜ਼ਿਆਦਾ ਨਹੀਂ ਅਸੀਂ ਪਾਉਂਦੇ। ਠੀਕ ਹੈ। 2 ਤੋਂ 2.5 ਕਿਲੋ ਸਾਈਲੇਜ ਪਾਉਂਦੇ ਹਾਂ। ਤੂੜੀ ਕਿੰਨੀ? ਵੰਡਾ 4 ਕਿਲੋ ਪਾਉਂਦੇ ਹਾਂ ਫੀ ਜਾਨਵਰ ਨੂੰ।
ਡੇਲੀ ਹਾਂਜੀ ਤੂੜੀ ਜਿਹੜੀ ਹੈ ਜਾਨਵਰ ਤਕਰੀਬਨ ਇਹ 2-2.5 ਕਿਲੋ ਖਾਂਦਾ ਇੱਕ ਟਾਈਮ ਦੀ। 2-2.5 ਕਿਲੋ ਤੂੜੀ, 3-4 ਕਿਲੋ ਵੰਡਾ ਔਰ 2 ਤੋਂ 3 ਕਿਲੋ 2-3 ਸਾਲੇ, ਕਿਲੋ ਇੱਕ ਟਾਈਮ ਦਾ ਸੈਲਡ। ਯਾਨੀ ਕਿ ਤਕਰੀਬਨ ਡੇਲੀ ਦੀ ਜਿਹੜੀ ਉਹਦੀ ਡਾਈਟ ਹੈ 8 ਤੋਂ 10 ਕਿਲੋ ਹਾਂਜੀ ਬਸ ਉਹਨੂੰ ਇੱਥੇ ਤੁਸੀਂ ਦੇ ਰਹੇ ਹੋ। ਜੀ। ਔਰ ਉਹਦੇ ਨਾਲ ਵਜ਼ਨ ਕੀ ਨਾ ਇੰਕਰੀਜ਼ ਹੁੰਦਾ ਜਾਂਦਾ ਹਰ ਦਿਨ? ਵਜ਼ਨ ਤਕਰੀਬਨ ਜਾਨਵਰ ਜਿਹੜਾ ਵੇ 1.5 ਕਿਲੋ ਪਲੱਸ ਸਾਡਾ ਯਾਨੀ ਕਿ ਵੱਧਦਾ। 1.5 ਕਿਲੋ ਪਲੱਸ ਜ਼ਿੰਦਾ ਜਿਹੜਾ ਹਾਂਜੀ। ਉਹ ਵੱਧਦਾ। ਵੱਧਦਾ ਇਸ ਤੋਂ ਬਾਅਦ ਗੱਲ ਕਰਨੇ ਆ ਫੈਟਨਿੰਗ ਦੀ, ਜਿਹੜਾ ਤੁਸੀਂ ਗੋਸ਼ਤ ਵਾਸਤੇ ਦਿੰਦੇ ਹੋ, ਜੀ। ਉੱਥੇ ਇੱਕ ਜਿਹੜਾ ਜਾਨਵਰ ਦਾ ਤਕਰੀਬਨ 200 ਕਿਲੋ ਵਜ਼ਨ ਹੈ, ਉਹਦੇ ਚੋਂ ਗੋਸ਼ਤ ਕਿੰਨਾ ਨਿਕਲ ਆਉਂਦਾ? 200 ਕਿਲੋ ਜਾਨਵਰ ਜਿਹੜਾ ਜ਼ਿੰਦਾ ਸਲੈਟਰ ਵਾਲੇ ਜਿਹੜੇ ਨਾ ਜਿੱਥੇ ਅਸੀਂ ਮਾਲ ਦਿੰਦੇ ਹਾਂ ਉਹ ਨਹੀਂ ਲੈਂਦੇ। ਅਸੀਂ ਜਿੱਥੇ ਮਾਲ ਦਿੰਦੇ ਹਾਂ ਉਹ 140 ਕਿਲੋ ਗੋਸ਼ਤ ਤੋਂ ਚੱਲ ਕੇ 220 ਕਿਲੋ ਤੱਕ ਗੋਸ਼ਤ ਲੈਂਦੇ ਨੇ। ਠੀਕ ਹੈ। ਉਹਦੇ ਵਿੱਚ ਕੁਆਲਿਟੀ ਉਹ ਮੰਗਦੇ ਨੇ ਕਿ ਦੇਸੀ ਜਾਨਵਰ ਹੋਵੇ, ਬੰਨ ਹੋਣੀ ਚਾਹੀਦੀ ਜਾਨਵਰ ਦੇ, ਕਰਾਸ ਹੋਵੇ ਤੇ ਉੱਤੇ ਬੰਨ ਹੋਣੀ ਲਾਜ਼ਮੀ, ਵਲੈਤੀ ਨਹੀਂ ਹੋਣਾ ਚਾਹੀਦਾ, ਫਿਰ ਚੌਗਾ ਛਿੱਗਾ ਨਹੀਂ ਹੋਣਾ ਚਾਹੀਦਾ, ਜਾਨਵਰ ਹੋਵੇ ਖੀਰਾ ਦੋਂਦਾ, ਯਾਨੀ ਕਿ 140 ਕਿਲੋ ਤੋਂ ਚੱਲ ਕੇ 220 ਕਿਲੋ ਤੱਕ ਉਹ ਜ਼ਿਬਾ ਕਰਦੇ ਨੇ। ਸਹੀ ਹੈ ਜੀ। ਤੇ ਉਹਦੇ ਵਿੱਚ ਜ਼ਿੰਦਾ ਫਰਜ਼ ਕਰੋ 300 ਕਿਲੋ ਕਿਸੇ ਦਾ ਅਤੇ weight ਹੈ, 150 ਕਿਲੋ ਗੋਸ਼ਤ ਉਹਦਾ ਨਿਕਲੇਗਾ। 50%। 50% ਇਸ ਟਾਈਮ 50% ਆ ਰਿਹਾ, ਗਰਮੀ ਬਹੁਤ ਹੈ। ਠੀਕ ਹੈ। ਜਿਹੜਾ ਮਾਲ ਪਲਿਆ ਉਹ 50% ਆ ਰਿਹਾ, ਜਿਹੜਾ ਥੋੜਾ ਜਿਹਾ ਨਾਰਮਲ ਹੈ ਉਹ 50% ਵੀ ਨਹੀਂ ਆ ਰਿਹਾ। 1150 ਰੇਟ ਤੋਂ ਬਾਅਦ ਇਜ਼ਾਫੀ ਜਿਹੜਾ ਮਾਲ ਹੁੰਦਾ ਹੈ, ਖਰੋੜੇ ਸਿਰੀ ਵਗੈਰਾ, ਹਾਂਜੀ ਉਹ 6000 ਰੁਪਇਆ ਸਾਨੂੰ ਮਿਲਦਾ। ਠੀਕ ਹੈ। ਇੱਥੋਂ ਕਿਰਾਇਆ ਕਿੰਨਾ ਤੁਹਾਨੂੰ ਸਲਾਟਰ ਹਾਊਸ ਦਾ ਪੈਂਦਾ ਫੀ ਜਾਨਵਰ ਤੇ? ਕਿਰਾਇਆ ਤਕਰੀਬਨ 3000 ਜਾਨਵਰ ਤੇ ਖਰਚਾ ਆ ਜਾਂਦਾ। ਠੀਕ ਹੈ। ਇਸ ਟਾਈਮ ਕੋਈ ਨਵਾਂ ਬੰਦਾ ਜਿਹੜਾ ਸਲਾਟਰ ਹਾਊਸ ਵਾਸਤੇ ਜਾਨਵਰ ਦਾ ਕਾਰੋਬਾਰ ਕਰਨਾ ਚਾਹੇ, ਉਹ ਕਿਹੜੀਆਂ ਕੰਮਾਂ ਨੂੰ ਕਰੇ, ਕਿਹੜਿਆਂ ਨੂੰ ਨਾ ਕਰੇ ਤੇ ਉਹ ਇਸ ਕੰਮ ਦੇ ਵਿੱਚ ਕਾਮਯਾਬ ਹੈ? ਉਹ ਜੀ ਉਹ ਖਰੀਦ ਤੇ ਹੀ ਹੈ, ਖਰੀਦ ਅੱਛੀ ਹੋ ਜੇ, ਜਾਨਵਰ ਦੇਸੀ ਲੈ ਲਵੇ, ਜ਼ਿਆਦਾ ਜਾਨਵਰ ਚੋਲਸਤਾਨੀ ਦੇਸੀ ਜਾਨਵਰ ਲੈਣਾ ਚਾਹੀਦਾ ਹੈ, ਯਾਨੀ ਕਿ ਜਿਹੜਾ ਥੋੜਾ ਜਿਹਾ ਰੁਲਿਆ ਹੁੰਦਾ ਉਹ ਬਣ ਜਾਂਦਾ। ਸਹੀ ਹੈ। ਵਲੈਤੀ ਜਾਨਵਰ ਨਹੀਂ ਪਾਉਣਾ ਚਾਹੀਦਾ ਸਲੈਟਰ ਵਾਸਤੇ, ਠੀਕ ਹੈ। ਕਿਉਂਕਿ ਸਲੈਟਰ ਵਾਲੇ ਬਾਅਦ ਚ ਨਖਰੇ ਕਰਦੇ ਨਹੀਂ ਲੈਂਦੇ ਮਾਲ, ਜਿਹੜਾ ਵਲੈਤੀ ਹੈ ਨਾ ਉਹਦਾ ਰੇਟ ਘਟ ਜਾਂਦਾ। ਠੀਕ ਉਹਦਾ ਫਿਰ ਫਾਇਦਾ ਨਹੀਂ ਹੁੰਦਾ। ਮੰਡੀਆਂ ਦੇ ਵਿੱਚ ਰੇਟ ਜਿਹੜਾ ਵਲੈਤੀ ਹੈ ਤੇ ਦੇਸੀ ਹੈ ਬਿਲਕੁਲ ਬਰਾਬਰ ਹੀ, 5-10 ਹਜ਼ਾਰ ਦਾ ਵੱਧ ਪੈਂਦਾ ਜਾਨਵਰ ਦਾ। ਠੀਕ ਹੈ। ਹਾਂਜੀ ਤੇ ਲੈਣਾ ਹੀ ਦੇਸੀ ਚਾਹੀਦਾ ਜਾਨਵਰ। ਔਰ ਵੱਧਦਾ ਵੀ ਉਹ? ਹਾਂਜੀ ਵੱਧਦਾ ਬਹੁਤ ਹੈ, ਦੇਸੀ ਦੀ ਗਰੋਥ ਬਹੁਤ ਅੱਛੀ ਹੈ ਦੇਸੀ ਜਾਨਵਰ ਦੀ। ਇਹਨਾਂ ਨੂੰ ਦਵਾਈ ਵਗੈਰਾ ਕੀ ਦਿੰਦੇ ਹੋ, ਵੈਕਸੀਨ ਕਿਹੜੀ ਕਰਵਾਉਂਦੇ ਹੋ? ਐਵਰਮੈਕਟਨ ਦਾ ਟੀਕਾ ਲਾਉਂਦੇ ਅਸੀਂ ਲਿਆ ਕੇ ਚਿਚੜਾਂ ਵਾਸਤੇ। ਠੀਕ ਹੈ। ਲਿਆਂਦਿਆਂ ਸਾਰੀ ਲਾ ਲੈਂਦੇ ਹੋ? ਹਾਂਜੀ ਲਿਆਂਦੇ ਆ ਸਾਰੇ। ਕਿੰਨੇ ਸੀਸੀ ਇੱਕ ਨੂੰ ਲਾਉਂਦੇ ਹੋ? ਉਹ ਤਕਰੀਬਨ ਲਾਉਂਦੇ ਅਸੀਂ 15 ਸੀਸੀ ਇੱਕ ਜਾਨਵਰ ਨੂੰ। ਇੱਕ ਜਾਨਵਰ ਨੂੰ ਐਵਰਮੈਕਟਨ ਲੱਗ ਗਿਆ, ਉਸ ਤੋਂ ਬਾਅਦ ਜਨਾਬ ਉਹਨਾਂ ਨੂੰ ਦਿਹਾੜੀ ਡੰਗਰ ਬਾਹਰ ਹੀ ਬੰਨੀਦਾ। ਠੀਕ ਹੈ। ਜਦੋਂ ਖਾਣ ਪੀਣ ਡੈ ਪੈਂਦੇ ਨੇ ਫਿਰ ਉਹਨਾਂ ਨੂੰ ਵਾੜੇ ਛੱਡ ਦਈਦਾ। ਠੀਕ ਹੈ। ਹਾਂਜੀ ਖੁੱਲਾ ਛੱਡ ਦਈਦਾ ਫਿਰ। ਸਹੀ ਹੈ। ਵੈਕਸੀਨ ਵਗੈਰਾ ਜਿਹੜੀ ਉਹ ਡਾਕਟਰ ਸਰਕਾਰੀ ਆਉਂਦੇ ਨੇ ਉਹਨਾਂ ਕੋਈ ਕਰਵਾ ਲਈਦੀ। ਗਲਗੋਟੂ ਦੀ, ਹਾਂਜੀ ਉਹ ਲੰਪੀ ਦੀ, ਜੀ ਉਹ ਸਾਰੀਆਂ ਵੈਕਸੀਨਾਂ ਤੁਸੀਂ ਕਰਵਾਉਂਦੇ ਹੋ? ਹਾਂਜੀ। ਗਲਗੋਟੂ ਦੋਸਤੋ ਮੂੰਹ ਖੁਰ ਔਰ ਗਲਗੋਟੂ ਜਿਹੜਾ ਹੈ ਨਾ ਗੋਕਾ ਜਾਨਵਰ, ਇਹਨੂੰ ਬਹੁਤ ਘੱਟ ਹੈ ਬਿਮਾਰੀ। ਠੀਕ ਹੈ। ਇਹਨੂੰ ਆਉਂਦਾ ਹੈ ਮੂੰਹ ਖੁਰ ਜ਼ਿਆਦਾ। ਇੱਕ ਹੈ ਵੇ ਰਤ ਮੂਤਰਾ ਹੁੰਦਾ ਹੈ ਜਾਨਵਰ ਨੂੰ, ਉਹਦੀ ਜਿਹੜੀ ਹੈ ਉਹ ਕੋਈ ਦਵਾਈ ਡਾਕਟਰ ਲਾ ਜਾਂਦੇ ਨੇ ਬੱਚਿਆਂ ਨੂੰ। ਹਾਂਜੀ ਬੱਚਿਆਂ ਨੂੰ ਹੁੰਦਾ ਹੈ, ਗੋਕੇ ਮਾਲ ਨੂੰ ਰਤ ਮੂਤਰਾ ਹੁੰਦਾ, ਉਹ ਜਾਨਲੇਵਾ ਬਿਮਾਰੀ ਹੈ। ਜਾਨਵਰ ਬਹੁਤ ਘੱਟ ਬਚਦਾ ਉਸ ਮਰਜ਼ ਨਾਲ ਨਾ ਜਿਹੜਾ। ਜੀ ਹਾਂਜੀ ਜਿਹਨੂੰ ਯਾਨੀ ਕਿ ਰਤ ਮੂਤਰਾ ਹੋ ਜਾਂਦਾ ਜਾਨਵਰ ਦੇ ਚਾਂਸ ਜਿਹੜੇ ਨੇ ਉਹ 80% ਜਿਹੜੇ ਨੇ, ਯਾਨੀ ਕਿ ਉਹ ਨਹੀਂ ਬਚਦਾ 80%। ਹਾਂਜੀ ਉਹ ਇਹਨਾਂ ਚੋਂ ਅਗਰ ਕਿਸੇ ਨੂੰ ਹੋਈਏ ਤੇ ਜੀ ਉਹ ਵੈਕਸੀਨਾਂ ਕਰਵਾਉਣੀਆਂ ਲਾਜ਼ਮੀ ਨੇ? ਹਾਂਜੀ ਵੈਕਸੀਨਾਂ ਕਰਵਾਉਣੀਆਂ। ਵੈਕਸੀਨਾਂ ਦੋਸਤੋ ਇਹਨਾਂ ਨੇ ਦੱਸਿਆ ਮੂੰਹ ਖੁਰ ਔਰ ਰਤ ਮੂਤਰਾ ਜਿਹੜਾ ਹੋ ਜਾਂਦਾ, ਉਸ ਤੋਂ ਬਾਅਦ ਲੰਪੀ ਦੀ ਵੀ ਹੁਣ ਹੁੰਦੀ ਹੈ, ਔਰ ਇੱਕ ਜਿਹੜਾ ਆਈਵਰਮੈਕਟਨ ਦਾ ਟੀਕਾ। ਡਿਵਰਮਿੰਗ ਕਿੰਨੀ ਦੇਰ ਬਾਅਦ ਕਰਵਾਉਂਦੇ ਹੋ? ਡਿਵਰਮਿੰਗ ਅਸੀਂ ਨਹੀਂ ਕਰਦੇ ਹੀ ਨਹੀਂ, ਲਿਆ ਕੇ ਕਰਨੀ। ਜਦੋਂ ਐਵਰਮੈਕਟਨ ਟੀਕਾ ਲੱਗ ਜਾਂਦਾ ਨਾ ਅਸੀਂ ਉਹਨਾਂ ਨੂੰ ਫਾਰਮ ਜਦੋਂ ਛੱਡਦਾ ਖੁੱਲੇ, ਮੁੜ ਕੇ ਅਸੀਂ ਨਹੀਂ ਉਹਨੂੰ ਕੁਝ ਵੀ ਕਰਦੇ। ਕਦੀ ਅੱਜ ਤੱਕ ਖੁਰਾਕ ਅੱਛੀ ਦਿਓ ਭਾਈ ਜਾਨ, ਖੁਰਾਕ ਅੱਛੀ ਦਿਓ ਜੀ ਤੇ ਉਹਦੇ ਨਾਲ ਜਾਨਵਰ ਨੂੰ ਕੁਝ ਵੀ ਨਹੀਂ, ਉਹ ਸਾਰੀਆਂ ਬਿਮਾਰੀਆਂ ਦੂਰ ਨੇ। ਅਗਰ ਖੁਰਾਕ ਤੁਸੀਂ ਮੱਠੀ ਦਿਓਗੇ ਤੇ ਫਿਰ ਬਿਮਾਰੀਆਂ ਅਟੈਕ ਕਰਦੀਆਂ ਨੇ। ਸਹੀ ਹੋ ਗਿਆ। ਹਾਂਜੀ ਦੋਸਤੋ ਸਾਡੇ ਨਾਲ ਮੌਜੂਦ ਨੇ ਅਲੀ ਇਮਰਾਨ ਸੰਧੂ ਸਾਹਿਬ ਬਹਾਵਲ ਨਗਰ ਤੋਂ, ਜਿਹੜਾ ਕਿ ਵੱਛਾ ਫਾਰਮਿੰਗ ਕਰਦੇ ਨੇ ਪਿਛਲੇ 25 ਸਾਲ ਤੋਂ। ਇਹਨਾਂ ਨੂੰ ਵੰਡੇ ਦੇ ਬਾਰੇ ਪੁੱਛਨੇ ਆ ਕਿ ਦੋਸਤਾਂ ਦਾ ਭਲਾ ਕਰਨ, ਪੂਰੇ ਪਾਕਿਸਤਾਨ ਦੇ ਵਿੱਚ ਦੋਸਤ ਬੈਠੇ ਨੇ। ਵੱਛਿਆਂ ਨੂੰ ਵੰਡਾ ਕਿਹੜਾ ਅੱਛਾ ਹੈ, ਕਿਹੜਾ ਸੂਟੇਬਲ ਹੈ ਬਹੁਤ ਜ਼ਿਆਦਾ, ਕਿਹੜੇ ਮੌਸਮ 'ਚ ਕਿਹੜਾ ਪਾਉਣਾ ਚਾਹੀਦਾ ਔਰ ਕਿਸ ਤਰ੍ਹਾਂ ਤਿਆਰ ਕਰਨਾ ਚਾਹੀਦਾ? ਇਮਰਾਨ ਭਾਈ ਇਹ ਭਰਾਵਾਂ ਤੇ ਨੇਕੀ ਕਰੋ ਕਿ ਵੰਡੇ ਦੇ ਬਾਰੇ ਜ਼ਰਾ ਦੋਸਤਾਂ ਨੂੰ ਖੋਲ ਕੇ ਦੱਸੋ। ਵੰਡਾ ਜੀ ਅਸੀਂ 12-13 ਆਈਟਮ ਜਿਹੜੇ ਨੇ ਉਹ ਪਾਉਂਦੇ ਹਾਂ। ਠੀਕ ਹੈ। ਘਰ ਦਾ ਹੀ ਬਣਾਈਦਾ। ਸਹੀ ਹੈ। ਅਸੀਂ ਪਾਉਂਦੇ ਹਾਂ ਸੋਇਆਬੀਨ ਮੀਲ, ਸੋਇਆਬੀਨ, ਕਨੋਲਾ, ਉਸ ਤੋਂ ਬਾਅਦ ਆ ਗਈ ਮੀਲ ਹੀ, ਹਾਂਜੀ ਕਨੋਲਾ ਮੀਲ ਜੀ। ਉਸ ਤੋਂ ਬਾਅਦ ਆ ਗਈ ਮਕਈ, ਉਸ ਤੋਂ ਬਾਅਦ ਆ ਗਈ ਗੰਦਮ ਦੇ ਨਾਲ ਚੋਕਰ ਵੀ ਪਾਉਂਦੇ ਹਾਂ, ਚੋਖਰ। ਠੀਕ ਹੈ। ਉਸ ਤੋਂ ਬਾਅਦ ਆ ਗਿਆ ਜਨਾਬੇ ਵਾਲਾ ਸ਼ੀਰਾ, ਚਾਵਲ ਨੱਕੂ, ਚਾਵਲ ਪਾਲਕ, ਹਾਂਜੀ ਚਾਵਲ ਰਾਈਸ ਪਾਲਕ। ਅੱਛਾ ਉਸ ਤੋਂ ਬਾਅਦ ਕਰਾ ਜਿਹੜਾ ਹੁੰਦਾ ਚਨੇ ਦਾ ਉਹ ਵੀ ਪਾਉਂਦੇ ਹਾਂ। ਠੀਕ ਹੈ। ਇੱਕ ਮੂੰਗੀ ਦਾ ਕਰਾ ਹੁੰਦਾ ਉਹ ਵੀ ਪਾਉਂਦੇ ਹਾਂ। ਠੀਕ ਹੈ। ਉਸ ਤੋਂ ਬਾਅਦ ਜਨਾਬੇ ਵਾਲਾ ਆ ਜਾਂਦਾ ਹੈ ਮਿਨਰਲ, DCP, ਮਿੱਠਾ ਸੋਡਾ, ਨਮਕ, ਯੂਰੀਆ ਖਾਦ। ਠੀਕ ਹੈ। ਯਾਨੀ ਕਿ ਸਾਰੀਆਂ ਚੀਜ਼ਾਂ ਪਾ ਕੇ ਅਸੀਂ ਵੰਡਾ ਬਣਾਉਂਦੇ।
ਇਮਰਾਨ ਭਾਈ ਪੜ੍ਹੇ ਕਿੰਨਾ ਉਹ? ਪੜ੍ਹਿਆ ਸਿਰਫ ਪੰਜ 5 ਜਮਾਤਾਂ ਪੜ੍ਹਿਆ ਉਹ ਬੰਦਾ ਉਹ ਗੱਲਾਂ ਦੱਸਣ ਡਿਆ ਜਿਹੜਾ ਇੱਕ ਡਾਕਟਰ ਨੂੰ ਵੀ ਨਹੀਂ ਏਦਾਂ ਹਕੀਕਤ ਦੇ ਵਿੱਚ ਪਤਾ ਹੁੰਦਾ। ਮਿਨਰਲ, DCP, ਯੂਰੀਆ ਔਰ ਸ਼ੀਰਾ ਇਹ ਚੀਜ਼ਾਂ ਉਹ ਨੇ ਜਿਹੜੀਆਂ ਵੱਛੇ ਵਾਸਤੇ ਸਭ ਤੋਂ ਜ਼ਰੂਰੀ ਨਿਊਟ੍ਰੀਐਂਟਸ ਨੇ। ਔਰ ਮੈਂ ਬੜਾ ਹੈਰਾਨ ਹੋਇਆ ਡਿਵਰਮਿੰਗ ਨਹੀਂ ਕਰਦੇ, ਅਲਬਾਂਡਾਜ਼ੋਲ ਨਹੀਂ ਇਸਤੇਮਾਲ ਕਰਦੇ, ਇਸੇ ਵਜ੍ਹਾ ਤੋਂ ਕਿ ਇਹ ਜਿਹੜਾ ਵੰਡਾ ਤਿਆਰ ਕਰਦੇ ਨੇ ਪਿਓ ਏਡਾ ਅੱਛਾ ਹੈ। ਇਹ ਸਾਰੀਆਂ ਚੀਜ਼ਾਂ ਅਗਰ ਤੁਸੀਂ ਵੀ ਆਪਣੇ ਘਰ ਪਾ ਲਓ ਤੇ ਤੁਹਾਡਾ ਵੰਡਾ ਜਿਹੜਾ ਉਹ ਬੜਾ ਪਰਫੈਕਟ ਬਣੇਗਾ। ਮੇਰਾ ਖਿਆਲ ਹੈ 10 ਤੋਂ 12 ਚੀਜ਼ਾਂ ਹੀ ਬਣੀਆਂ ਨੇ। ਇਹਦੀ ਐਵਰੇਜ ਕੀ ਰੱਖਦੇ ਹੋ ਕਿ ਕੁਆਂਟੀਟੀ ਕਿੰਨੀ ਹੁੰਦੀ ਹੈ? ਕੁਆਂਟੀਟੀ ਜੀ ਇਹ 100 ਕਿਲੋ ਦੀ ਕੈਲਕੂਲੇਸ਼ਨ ਕਰ ਲਈ ਜੀ, 100 ਕਿਲੋ ਦੀ। ਠੀਕ ਹੈ, ਉਸ ਹਿਸਾਬ ਨਾਲ ਫਿਰ ਉਹ ਦੱਸ ਦਿੰਦਾ। ਉਹ ਜ਼ੁਬਾਨੀ ਤੁਹਾਨੂੰ ਯਾਦ ਹੈ? ਨਹੀਂ, ਲਿਖ ਕੇ ਕਰੀ ਲਿਖੀ ਦੀ। ਲਿਖ ਕੇ ਦੋਸਤੋ ਮੈਂ ਲਿਖ ਕੇ ਇਹਨਾਂ ਕੋ ਤੁਹਾਨੂੰ ਵੀਡੀਓ ਦੇ ਵਿੱਚ ਫੋਟੋ ਚਲਾ ਦਾਂਗਾ ਕਿ ਕਨੋਲਾ ਤੁਸੀਂ ਕਿੰਨਾ ਲੈਣਾ ਹੈ। ਸੋਇਆਬੀਨ, ਗੰਦਮ, ਮੱਕੀ, ਚੋਖਰ, ਸ਼ੀਰਾ, ਰਾਈਸ ਪਾਲਿਸ਼, ਮਿਨਰਲ, DCP, ਸੋਡਾ, ਇਹ ਸਾਰੀਆਂ ਚੀਜ਼ਾਂ ਕਿੰਨੀਆਂ ਕਿੰਨੀਆਂ ਤੁਸੀਂ ਲੈ ਕੇ 100 ਕਿਲੋ ਦੀ ਮਿਕਦਾਰ 'ਚ ਵੰਡਾ ਬਣਾਉਣਾ ਔਰ 3 ਤੋਂ 4 ਕਿਲੋ ਕੀ ਜਾਨਵਰ ਦੇਣਾ। ਇਹ ਮੁਕੰਮਲ ਤੁਹਾਨੂੰ ਜਿਹੜਾ ਨਾ ਉਹ ਇਹਦੇ ਵਿੱਚ ਮਿਲ ਜਾਏਗਾ। ਮੈਡੀਕੇਸ਼ਨ ਦੀ ਵੀ ਸਾਡੀ ਗੱਲ ਹੋ ਗਈ। ਉਸ ਤੋਂ ਬਾਅਦ ਹੁਣ ਇਹ ਜਿਹੜਾ ਤੁਸੀਂ ਵੰਡਾ ਦੱਸਿਆ ਸਾਰਾ ਸਾਲ ਇੱਕ ਹੀ ਵੰਡਾ ਪੈਂਦਾ ਜੀ? ਸਾਰਾ ਸਾਲ ਇੱਕ ਹੀ ਵੰਡਾ ਪੈਂਦਾ। ਇਹਦੇ ਵਿੱਚ ਗੰਦਮ ਜਿਹੜੀ ਹੈ ਗਰਮੀ ਦੇ ਵਿੱਚ ਅਸੀਂ ਘੱਟ ਪਾਉਂਦੇ ਹਾਂ। ਉਹਦੇ ਵਿੱਚ ਜਿਹੜਾ ਕਨੋਲਾ ਹੈ, ਕਨੋਲੇ ਦੇ ਨਾਲ ਫਿਰ ਸਰੋਂ ਦੀ ਖਾਲ, ਕੌੜੀ ਖਾਲ ਸਾਦੇ ਨੇ ਜੀ, ਉਹ ਅਸੀਂ ਪਾਉਂਦੇ ਹਾਂ ਨਾਲ ਖਾਲ ਵਿੱਚ ਪਾਉਂਦੇ ਹੋ? ਹਾਂਜੀ, ਸਰੋਂ ਦੀ ਖਾਲ ਠੀਕ ਹੋ ਗਿਆ। ਥੋੜੀ ਨਾਲ ਉਹ ਐਡ ਕਰ ਦਿੱਤੀ ਜੀ ਤੇ ਗੰਦਮ ਥੋੜੀ ਜਿਹੀ ਘਟਾ ਦਿੱਤੀ, ਯਾਨੀ ਕਿ ਜਿਹੜੇ ਸ਼ੀਰਾ ਉਹ ਵੀ ਘਟਾ ਦਿੱਤਾ, ਗਰਮ ਆਈਟਮ ਥੋੜਾ ਜਿਹਾ ਘਟਾ ਦਿੱਤਾ। ਕੋਈ ਪਿੰਨੀਆਂ, ਕੋਈ ਤੇਲ, ਕੋਈ ਘਿਓ? ਨਹੀਂ ਜੀ, ਇਦਾਂ ਦੀ ਕੋਈ ਚੀਜ਼ ਨਹੀਂ ਅਸੀਂ ਦਿੰਦੇ ਕਿਸੇ ਤਰ੍ਹਾਂ ਦੀ ਵੀ। ਲੋੜ ਹੀ ਨਹੀਂ ਕਿ ਵੰਡਾ ਅਗਰ ਸਹੀ ਤੁਹਾਡਾ ਬਣ ਗਿਆ ਨਾ, ਤੁਹਾਨੂੰ ਲੋੜ ਹੀ ਨਹੀਂ ਕੋਈ ਚੀਜ਼ ਦੇਣ ਦੀ। ਚਮਕ ਤੁਹਾਡੀ ਜਾਨਵਰ ਦੀ ਪੂਰੀ ਬਣੇਗੀ, ਗਰੋਥ ਪੂਰੀ ਕਰੇਗਾ। ਠੀਕ ਹੈ। ਉਹ ਤੁਹਾਡਾ ਜਿਹੜਾ ਵੰਡਾ ਹੈ ਉਹਦੇ ਨਾਲ ਇਹ ਵੀ ਕਿ ਜਿਹੜਾ ਅਗਰ ਵੰਡਾ ਤੁਹਾਡਾ ਠੀਕ ਹੈ ਨਾ, ਅਗਰ ਖੁਰਾਕ ਤੁਸੀਂ ਜਾਨਵਰ ਨੂੰ ਠੀਕ ਦਿੰਦੇ ਹੋ ਤੇ ਇਹਨੂੰ ਬਿਮਾਰੀ ਕੋਈ ਨਹੀਂ ਜਾਨਵਰ ਨੂੰ, ਇਸ ਨੂੰ ਕਿਸੇ ਤਰ੍ਹਾਂ ਜੀ। ਹਾਂਜੀ ਲੋ ਦੋਸਤੋ, ਇੱਕ ਆਮ ਬੰਦਾ ਨਹੀਂ ਹੈ, ਉਹ ਬੰਦਾ ਤੁਹਾਨੂੰ ਚੀਜ਼ਾਂ ਦੱਸਦਾ ਪਿਆ ਜਿਹਦਾ 25 ਸਾਲਾਂ ਬੱਚਿਆਂ ਦੇ ਵਿੱਚ ਤਜਰਬਾ ਹੈ। ਇਹਨੇ ਰੀਸੈਂਟ ਈਦ ਦੇ ਉੱਤੇ ਮੁਨਾਫਾ ਤੁਹਾਨੂੰ ਦੱਸਿਆ ਹੈ ਕਿ 4 ਕਰੋੜ ਫਿਰ 3 ਕਰੋੜ ਉਹਦੇ ਤੇ ਖਰਚਾ ਕੀਤਾ, ਵੰਡੇ ਤੇ, ਸੰਭਾਲ ਤੇ, ਦੇਖਭਾਲ ਤੇ, ਲੇਬਰ ਤੇ, ਬਿਜਲੀ ਚਾਰਜਿਸ ਤੇ, ਵੰਡਾ ਪਾਉਣ ਤੇ। ਫਿਰ ਉਸ ਤੋਂ ਬਾਅਦ 3 ਕਰੋੜ ਪਲੱਸ ਜਿਹੜਾ ਇਹਨਾਂ ਨੇ ਮੁਨਾਫਾ ਕਮਾਇਆ। ਇਹ ਉਹ ਬੰਦਾ ਤੁਹਾਨੂੰ ਵੰਡੇ ਦੇ ਬਾਰੇ ਦੱਸਣ ਡਿਆ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਜਿਹੜਾ ਉਹ ਕਿਹੜਾ ਵੰਡਾ ਜਿਹੜਾ ਉਹ ਆਸਾਨੀ ਨਾਲ ਪਾ ਸਕਦੇ ਹੋ। ਹੁਣ ਭਾਈ ਤੁਹਾਡੇ ਕੋਲ ਈਦ ਦੇ ਹਵਾਲੇ ਦੇ ਨਾਲ ਅਲੀ ਭਾਈ ਗੱਲ ਪੁੱਛਾਂਗਾ ਕਿ ਈਦ ਤੇ ਦੋਸਤ ਕੁਰਬਾਨੀ ਵਾਸਤੇ ਵੱਛੇ ਖਰੀਦਦੇ ਨੇ। ਕੁਝ ਲੋਕ ਨਹੀਂ 8 ਮਹੀਨੇ 7 ਮਹੀਨੇ ਸੰਭਾਲ ਸਕਦੇ। ਈਦ ਤੋਂ ਪਹਿਲੇ ਜਿਹੜੇ ਬੰਦੇ ਵੱਛੇ ਖਰੀਦ ਕੇ ਮੁਨਾਫਾ ਕਮਾਉਣਾ ਚਾਹੁੰਦੇ ਨੇ, ਉਹ ਰੋਜ਼ਿਆਂ 'ਚ ਵੱਛੇ ਖਰੀਦਣ, 10 ਦਿਨ ਪਹਿਲੇ ਖਰੀਦਣ, 1 ਮਹੀਨਾ ਪਹਿਲੇ ਖਰੀਦਣ, ਕਿੱਥੋਂ ਵੱਛੇ ਉਹ ਕਿਸ ਤਰ੍ਹਾਂ ਖਰੀਦਣ? ਉਹ ਵੱਛੇ ਜਨਾਬ ਰੋਜ਼ਿਆਂ ਛੋਟੀ ਈਦ ਤੋਂ ਬਾਅਦ ਖਰੀਦਣ। ਛੋਟੀ ਈਦ ਤੋਂ ਪਹਿਲੇ ਜਿਹੜਾ ਜਾਨਵਰ ਦਾ ਮੁੱਲ ਬਹੁਤ ਜ਼ਿਆਦਾ ਹੁੰਦਾ, ਉਦੋਂ ਗਾਹਕ ਬੜਾ ਹੁੰਦਾ ਮੰਡੀਆਂ ਦੇ ਵਿੱਚ, ਯਾਨੀ ਕਿ ਸਟਾਕੀਆ ਜਿੰਨਾ ਗਾਹਕ ਹੁੰਦਾ ਮੰਡੀਆਂ 'ਚ ਵੜਿਆ ਹੁੰਦਾ, ਉਦੋਂ ਰੇਟ ਬੜਾ ਹੁੰਦਾ ਜਾਨਵਰ ਦਾ। ਉਹ ਜਦੋਂ ਈਦ ਤੱਕ ਖਰੀਦ ਲੈਂਦਾ ਨਾ, ਉਸ ਤੋਂ ਬਾਅਦ ਜਿਹੜਾ ਗਾਹਕ ਘਟ ਜਾਂਦਾ। ਜਦੋਂ ਗਾਹਕ ਘਟਦਾ ਉਦੋਂ ਮਾਲ ਵਾਰੇ ਦਾ ਮਿਲਦਾ ਮੰਡੀ ਦੇ ਵਿੱਚ, ਯਾਨੀ ਕਿ ਈਦ ਤੋਂ ਬਾਅਦ ਜਿਹੜਾ ਛੋਟੀ ਈਦ ਤੋਂ ਬਾਅਦ ਮਾਲ ਵਾਰੇ ਦਾ। ਸਹੀ ਹੈ। ਹਾਂਜੀ, ਕੁਰਬਾਨੀ 1 ਮਹੀਨਾ ਪਹਿਲੇ ਖਰੀਦਿਆ ਜਾਏ ਉਹਦੇ 'ਚ ਰੋਜ਼ੀ ਜ਼ਿਆਦਾ, ਖਰਚਾ ਘਟ ਜਾਂਦਾ, ਰੋਜ਼ੀ ਜ਼ਿਆਦਾ। ਬੜੀ ਸਿਆਣੀ ਔਰ ਪੇਟੈਂਟ ਗੱਲ ਹੈ ਕਿ ਸਟਾਕ ਕਰਨ ਵਾਲੇ ਜਿਹੜੇ ਨੇ ਬੰਦੇ, ਸਾਂਭਣ ਵਾਲੇ, ਉਹ ਰੋਜ਼ਿਆਂ ਦੇ ਵਿੱਚ ਵੜਦੇ ਨੇ ਤੇ ਉਹ ਰਸ਼ ਪੈ ਜਾਂਦਾ, ਰੇਟ ਵੱਧ ਜਾਂਦਾ। ਤੁਸੀਂ ਅਗਰ ਖਰੀਦਣਾ ਹੈ ਤੇ ਦੋਸਤੋ 1 ਤੋਂ 1.5 ਮਹੀਨਾ ਪਹਿਲੇ ਹੀ ਤੁਸੀਂ ਮੰਡੀਆਂ 'ਚੋਂ ਆਸਾਨੀ ਨਾਲ ਜਿਹੜਾ ਉਹ ਜਾਨਵਰ ਖਰੀਦ ਸਕਦੇ ਹੋ। ਖਰੀਦਣ ਲਈ ਇੱਕ ਨਵੇਂ ਬੰਦੇ ਲਈ ਕੀ ਪਹਿਚਾਣ ਹੁੰਦੀ ਹੈ? ਅੱਛਾ ਵੱਛਾ, ਦੇਸੀ, ਨੁਕਰਾ ਜਾਂ ਸਾਹੀਵਾਲ ਜਾਂ ਚੋਲਿਸਤਾਨੀ? ਜਾਨਵਰ ਜੀ ਸਾਹਮਣੇ ਨਜ਼ਰ ਆ ਰਿਹਾ ਹੁੰਦਾ ਜਾਨਵਰ ਦੀ, ਜਾਨਵਰ ਆਪ ਦੱਸਦਾ ਕਿ ਮੈਂ ਨਸਲ ਦਾ। ਪਹਿਚਾਣ ਨਾਪ ਝਾਲਰ ਪੂਰੀ ਹੋਣੀ ਚਾਹੀਦੀ ਜਾਨਵਰ ਦੀ। ਠੀਕ ਹੈ। ਲਿੰਗ ਪੈਰ ਪੂਰੇ ਹੋਣੇ ਚਾਹੀਦੇ ਨੇ। ਲੇਕਿਨ ਜਦੋਂ ਇਹਨਾਂ ਦਿਨਾਂ ਦੇ ਵਿੱਚ ਜਿਹਨੇ ਜਾਨਵਰ ਖਰੀਦਣਾ ਉਹ ਭਲਾਈ 'ਚ ਹੁੰਦਾ, ਉਹ ਯਾਨੀ ਕਿ ਜਿਹੜਾ ਵੀ ਜਾਨਵਰ ਸਾਰੇ ਸੋਹਣੇ ਲੱਗਦੇ ਨੇ, ਕੋਈ ਵੀ ਮਾੜਾ ਨਹੀਂ ਲੱਗਦਾ। ਮਾੜਾ ਨਹੀਂ ਲੱਗਦਾ। ਰਾਤ ਰਾਣੀ ਹੁੰਦੀ ਹੈ ਜਦੋਂ ਤਿਆਰ ਹੋ ਜਾਂਦਾ ਜਾਨਵਰ, ਉਹ ਜਾਨਵਰ ਮਾੜਾ ਵੀ ਜਿਹੜਾ ਵੇ ਉਹ ਵੀ ਸੋਹਣਾ ਲੱਗਣ ਡਿਆ ਪੈਂਦਾ। ਸਹੀ ਹੋ ਗਿਆ। ਹਾਂਜੀ, ਉਦੋਂ ਇਹ ਵੇ ਕਿ ਉਹ ਪਲਿਆ ਹੁੰਦਾ ਮਾਲ, ਉਦੋਂ ਮਾੜਾ ਜਾਨਵਰ ਹੁੰਦਾ ਹੀ ਕੋਈ ਨਹੀਂ। ਠੀਕ ਹੈ। ਈਦ ਵਾਸਤੇ ਜਿਹੜੇ ਜਾਨਵਰ ਲੋਕ ਖਰੀਦਦੇ ਨੇ, ਮਤਲਬ ਕਿ ਬਿਜ਼ਨਸ ਵਾਸਤੇ ਰੱਖਣ ਵਾਸਤੇ, ਅਗਰ ਉਹ 1 ਸਾਲ ਪਹਿਲੇ ਖਰੀਦ ਕੇ ਤੁਹਾਡੇ ਤਰ੍ਹਾਂ ਰੱਖਣੇ ਚਾਹਣ ਤੇ ਫਿਰ ਕਿਹੜਾ ਮਹੀਨਾ ਸੂਟੇਬਲ ਹੈ ਉਹਨਾਂ ਲਈ? ਫਿਰ 12ਵੇਂ ਮਹੀਨੇ 'ਚ ਲੈਣੇ ਚਾਹੀਦੇ ਨੇ ਜਾਨਵਰ, 11ਵੇਂ 12ਵੇਂ 'ਚ। 11ਵੇਂ 12ਵੇਂ 'ਚ, ਕਿਉਂਕਿ ਕੁਰਬਾਨੀ ਤੋਂ ਬਾਅਦ ਲੋਕ ਪੈਸੇ ਵਟ ਕੇ ਮੰਡੀਆਂ 'ਚ ਵੜ ਜਾਂਦੇ ਨੇ। ਠੀਕ ਹੈ। 3-4 ਮਹੀਨੇ ਮੰਡੀ 'ਚੋਂ ਮੁੱਲ ਨਹੀਂ ਡਿੱਗਣ ਦਿੰਦੇ, ਮੁੱਲ ਪੂਰਾ ਹੁੰਦਾ, ਯਾਨੀ ਕਿ ਚੜਿਆ ਰਹਿੰਦਾ। 10ਵੇਂ ਮਹੀਨੇ ਤੱਕ ਮੁੱਲ ਇਸ ਟਾਈਮ ਪੂਰਾ ਰਹੇਗਾ। 10ਵੇਂ ਮਹੀਨੇ ਤੋਂ ਬਾਅਦ ਹਰ ਬੰਦੇ ਨੇ ਖਰੀਦ ਪੂਰੀ ਕਰ ਲੈਣੀ, ਉਦੋਂ ਰੇਟ ਜਿਹੜਾ ਡਿੱਗ ਪੈਂਦਾ ਮੰਡੀਆਂ 'ਚ, ਗਾਹਕ ਘੱਟ ਵੜਦਾ। ਸਿਰਫ ਸਲੈਟਰ ਵਾਲਾ ਹੋਏਗਾ, ਕਾਟੂ ਹੋਏਗਾ, ਜਿਹੜਾ ਜਾਨਵਰ ਸਾਂਭਣ ਵਾਲਾ ਬਹੁਤ ਘੱਟ ਹੁੰਦਾ। ਬਿਲਕੁਲ। ਤੇ ਜਿਹੜੇ ਸਲੈਟਰ ਵਾਲੇ ਲੋਕ ਨੇ ਉਹਨਾਂ ਨੇ ਸੋਹਣਾ ਵੱਛਾ ਨਹੀਂ ਲੈਣਾ ਹੁੰਦਾ,
ਉਹਨਾਂ ਨੂੰ ਇਹ ਵੇ ਕਿ ਜਾਨਵਰ ਜਿੱਦਾਂ ਦਾ ਵੀ ਸਿੰਘ ਹੈ, ਕੰਨ ਕੋਈ ਨਹੀਂ, ਪੂਛ ਕੋਈ ਨਹੀਂ, ਜੋ ਵੀ ਉਹਨਾਂ ਉਸ ਤਰ੍ਹਾਂ ਦਾ ਲੈਣਾ, ਉਹਨਾਂ ਜ਼ਿਬਾ ਕਰਾਉਣਾ ਹੁੰਦਾ। ਉਹਨਾਂ ਨਾਲ ਫਰਕ ਨਹੀਂ ਪੈਂਦਾ ਸੋਹਣੇ ਬੱਚੇ। ਯਾਨੀ ਕਿ 10ਵੇਂ ਮਹੀਨੇ ਤੋਂ ਚੱਲ ਕੇ ਪਹਿਲੇ ਮਹੀਨੇ ਤੱਕ ਰੇਟ ਬਿਲਕੁਲ ਜਾਇਜ਼ ਹੁੰਦਾ, ਮੁਨਾਸਬ ਹੁੰਦਾ। ਦਿਨਾਂ ਦੇ ਵਿੱਚ ਮਾਲ ਬਹੁਤ ਵਾਰੇ ਦਾ ਮਿਲਦਾ। ਪੂਰੇ ਸਾਲ ਦੇ ਵਿੱਚ 2 ਮਹੀਨੇ ਐਸੇ ਦੱਸੋ ਜਿਨ੍ਹਾਂ ਦੇ ਵਿੱਚ ਵੱਛਿਆਂ ਦਾ ਰੇਟ ਮੰਡੀਆਂ 'ਚ ਸਭ ਤੋਂ ਘੱਟ ਤੇ ਮਾਕੂਲ ਹੁੰਦਾ? 2 ਮਹੀਨੇ ਤੋਂ ਬਲਕਿ 3 ਮਹੀਨੇ में ਜ਼ਿਆਦਾ ਟਾਈਮ ਬਣਦਾ। 10ਵੇਂ ਮਹੀਨੇ ਤੋਂ ਚੱਲ ਕੇ ਪਹਿਲੇ ਮਹੀਨੇ ਤੱਕ ਰੇਟ ਬਿਲਕੁਲ ਘੱਟ ਹੁੰਦਾ। ਨਵੰਬਰ, ਦਸੰਬਰ ਤੇ ਜਨਵਰੀ। ਜੀ, ਦਸੰਬਰ ਦੇ ਵਿੱਚ ਸਰਦੀ ਬੜੀ ਹੁੰਦੀ, ਹਰ ਬੰਦਾ ਜਿਹੜਾ ਵੇ ਸਰਦੀ ਡਰਦਾ ਮੰਡੀ ਨਹੀਂ ਜਾਂਦਾ। ਠੀਕ ਹੋ ਗਿਆ। ਉਹ ਜਨਾਬ ਜਿੰਨਾ ਵੀ ਮਾਲ ਵੇਚਣਾ, ਕਈਆਂ ਕੋਲ ਜਗ੍ਹਾ ਬੰਨਣ ਦੀ ਕੋਈ ਨਹੀਂ, ਕੋਈ ਹਿਸਾਬ, ਲੈਣ ਦੇਣ ਬੜੇ ਹੁੰਦੇ ਨੇ ਲੋਕਾਂ ਦੇ। ਦਸੰਬਰ ਦੇ ਵਿੱਚ ਕਲੋਜ਼ਿੰਗ ਹੁੰਦੀ, ਲੈਣ ਦੇਣ ਕਰਨੇ ਹੁੰਦੇ, ਮਾਲ ਮੰਡੀ 'ਚ ਬੇਭਾਅ ਹੁੰਦਾ, ਖਰੀਦਦਾਰ ਥੋੜਾ ਹੁੰਦਾ। ਸਹੀ ਹੋ ਗਿਆ। ਹਾਂਜੀ, ਗਾਹਕ ਜਿਹੜਾ ਵੀ ਉਹ ਦਸੰਬਰ ਦੇ ਵਿੱਚ ਬਹੁਤ ਘੱਟ ਹੁੰਦਾ। ਹਾਂਜੀ, ਤੇ ਜਿਨੇ ਕਿਸੇ ਨੇ ਜਾਨਵਰ ਵੱਛੇ ਖਰੀਦਣੇ ਨੇ ਅਗਰ ਤੇ ਲੌਂਗ ਟਰਮ ਇਨਵੈਸਟਮੈਂਟ ਕਰਨੀ ਹੈ ਤੇ ਉਹਦੇ ਲਈ ਦੋਸਤੋ ਮਹੀਨੇ 3 ਭਾਈ ਨੇ ਦੱਸ ਦਿੱਤੇ ਨੇ। ਅਗਰ ਈਦ ਦੇ ਕੋਲ ਜਾ ਕੇ ਇਨਵੈਸਟਮੈਂਟ ਕਰਨੀ ਹੈ ਤੇ ਤੁਸੀਂ 1 ਮਹੀਨਾ ਪਹਿਲੇ ਜਿਹੜੀ ਉਹ ਖਰੀਦਦਾਰੀ ਸ਼ੁਰੂ ਕਰ ਦਿਓ। ਸੰਭਾਲ ਵੀ ਥੋੜੀ ਹੈ ਔਰ ਮੁਨਾਫਾ ਵੀ ਜ਼ਿਆਦਾ ਹੈ। ਅਲੀ ਭਾਈ, ਤੁਸੀਂ ਜਿਸ ਇਲਾਕੇ 'ਚ ਬੈਠੇ ਹੋ ਇੱਥੇ ਵੱਛਿਆਂ ਨਾਲੋਂ ਮੱਝਾਂ ਦਾ ਜ਼ਿਆਦਾ ਨਾਂ ਹੈ। ਜ਼ਿਆਦਾ ਇਸ ਬਾਰ ਦੇ ਵਿੱਚ ਨੀਲੀ ਬਾਰ ਪੂਰੀ ਦੁਨੀਆ ਤੇ ਮਸ਼ਹੂਰ ਹੈ। ਜੀ, ਨੀਲੀ ਦੀਆਂ ਮੱਝਾਂ ਨੂੰ ਪਿੱਛੇ ਛੱਡ ਕੇ ਤੇ ਵੱਛਿਆਂ ਦਾ ਕੰਮ ਕਰਕੇ ਇਹਦੇ ਚੋਂ ਕਰੋੜਾਂ ਰੁਪਏ ਕਮਾ ਰਹੇ ਹੋ। ਮੱਝਾਂ ਦਾ ਕੰਮ ਤੁਸੀਂ ਕਿਉਂ ਨਹੀਂ ਕੀਤਾ? ਮੱਝਾਂ ਦਾ ਭਾਈਜਾਨ ਕੰਮ ਜਿਹੜਾ ਵੇ ਉਹ ਮੱਝ ਬਾਖੜੀ ਲਿਆ ਕੇ ਜਦੋਂ ਤਿਆਰ ਕਰੀਦੀ ਹੈ ਨਾ, ਸਾਡੇ ਇਲਾਕੇ ਦੇ ਵਿੱਚ ਨਗਦ ਪੇਮੈਂਟ ਜਿਹੜੀ ਨਹੀਂ ਹੁੰਦੀ। ਠੀਕ, ਮਾਲ ਉਧਾਰ ਵਿਕਦਾ। ਅੱਛਾ, ਉਧਾਰ ਯਾਨੀ ਕਿ 1 ਮਹੀਨੇ ਦਾ ਕੀਤਾ, 2 ਮਹੀਨੇ ਲੰਘ ਜਾਂਦੇ, 3 ਮਹੀਨੇ ਲੰਘ ਜਾਂਦੇ ਨੇ। ਯਾਨੀ ਕਿ ਜਿਹੜੇ ਪੈਸੇ ਹੁੰਦੇ ਨੇ ਉਹ ਹੱਥ 'ਚ ਆਉਂਦੇ ਹੀ ਨਹੀਂ ਮੱਝਾਂ ਦੇ ਕੰਮ। ਇਹ ਜਿਹੜੇ ਨੇ ਇਹ ਪੈਸੇ ਸਾਡੇ ਕੋਲ 24 ਘੰਟੇ ਮੌਜੂਦ। ਜੇ ਸਲੈਟਰ ਕਰਾਇਆ ਤਾਂ ਪੈਸੇ ਪੇਮੈਂਟ ਨਗਦ ਹੈ, ਅਗਰ ਕੁਰਬਾਨੀ ਦੇ ਵਿੱਚ ਹੈ ਤਾਂ ਪੇਮੈਂਟ ਨਗਦ ਹੈ, ਮਾਲ ਕੋਲ ਹੈ ਤਾਂ ਪੇਮੈਂਟ ਨਗਦ ਹੈ। ਜਦੋਂ ਮਰਜ਼ੀ ਇਹਨੂੰ ਸੇਲ ਕਰੋ, ਪੈਸੇ ਪੂਰੇ। ਮੱਝ ਜਿਹੜੀ ਹੈ ਜਿੰਨਾ ਚਿਰ ਤਿਆਰ ਨਹੀਂ ਹੁੰਦੀ ਪੈਸੇ ਨਹੀਂ ਦਿੰਦੀ। ਬਿਲਕੁਲ ਹਾਂਜੀ, ਮੱਝ ਨੂੰ ਫਿਰ ਵੀ ਦਿੰਦੀ ਹੈ ਤੇ ਕੋਈ ਪਤਾ ਨਹੀਂ। ਸਾਲ ਪੂਰਾ ਵੇਖਣਾ ਪੈਂਦਾ ਮੱਝ ਵੱਲ, ਫਿਰ ਜਾ ਕੇ ਉਹ ਜਦੋਂ ਪੈਸੇ ਵਟਾਉਂਦੀ ਉਦੋਂ ਵੀ ਹੱਥੀ ਕੁਝ ਨਹੀਂ ਆਉਂਦਾ। ਕਿਉਂਕਿ ਅਸੀਂ ਲਾਲਚ ਕਰਨੇ ਆ ਕਿ 10 20 30 ਵੱਧ ਵਿਕੇ। ਜਦੋਂ ਵੱਧ ਵਿਕਦੀ ਬੰਦਾ ਉਦਾਂ ਦਾ ਮਿਲਦਾ, ਉਧਾਰ ਲੈ ਕੇ ਤੇ ਚਲਾ ਜਾਂਦਾ। ਕਈ ਬੰਦੇ ਤੇ ਹੱਥੀ ਨਹੀਂ ਆਉਂਦੇ, ਚਲੇ ਜਾਂਦੇ ਨੇ ਵੈਸੇ ਹੀ ਲੈ ਕੇ। ਬੜਾ ਫਰਾਡ ਹੋ ਜਾਂਦਾ। ਉਸ ਤੋਂ ਬਾਅਦ ਫਿਰ ਜਿਹੜੀ ਮੱਝ ਕੋਈ ਤਿਲੜ ਨਿਕਲ ਆਈ, ਕੋਈ ਪਿੱਛਾ ਮਾਰ ਗਈ, ਕੋਈ ਇੰਜ ਹੋ ਗਿਆ, ਉਹ ਟੈਨਸ਼ਨਾਂ ਬੜੀਆਂ ਨੇ। ਅਸੀਂ ਜਿਹੜਾ ਇਹ ਕੰਮ ਸੁੱਕਾ ਪੁੱਕਾ ਵੱਛਿਆਂ ਦੇ ਵਿੱਚ ਅੱਜ ਤੱਕ ਕੀ ਸਮਝਦੇ ਹੋ ਕਿ ਫਲਾਣਾ ਕੰਮ ਕਰਿਆ ਨੁਕਸਾਨ ਹੋ ਜਾਂਦਾ? ਵੱਛਿਆਂ ਦੇ ਵਿੱਚ ਵੇਖੋ ਜੀ, ਤੁਸੀਂ ਲੈ ਕੇ ਮੁਲਾਜ਼ਮਾਂ ਤੇ ਛੱਡ ਦਿੰਦੇ ਹੋ ਸਾਰਾ ਹੀ ਨੁਕਸਾਨ। ਅਗਰ ਤੁਸੀਂ ਮਾਲ ਤੇ ਆਪ ਤਵੱਜੋ ਨਹੀਂ ਦਿੰਦੇ, ਆਪ ਮਾਲ ਦੇ ਉੱਤੇ 24 ਘੰਟੇ ਨਹੀਂ ਦਿੰਦੇ ਤੇ ਤੁਹਾਡਾ ਨੁਕਸਾਨ ਹੀ। ਜਿਹੜੇ ਮੁਲਾਜ਼ਮ ਹੁੰਦੇ ਨੇ, ਮੁਲਾਜ਼ਮ ਜਾਨਵਰ ਦਾ ਖਿਆਲ ਨਹੀਂ ਕਰਦੇ। ਠੀਕ ਹੈ। ਹਾਂਜੀ, ਉਹ ਬੰਦਾ ਫੇਲ ਹੋ ਜਾਂਦਾ, ਨਾਕਾਮ ਹੋ ਜਾਂਦਾ ਮੁਲਾਜ਼ਮ ਜਿਹਨੇ ਰੱਖੇ। ਆਪ ਡਿਊਟੀ ਲਾਜ਼ਮੀ, ਕੋਲ ਆ ਕੇ ਕੁਝ ਵੀ ਨਾ ਕਰੋ, ਬਹਿ ਕੇ ਬਸ ਕਰਾਈ ਰੱਖੋ, ਦੱਸੀ ਰੱਖੋ ਵੀ ਇੰਜ ਇੰਜ ਇੰਜ, ਯਾਨੀ ਕਿ ਬੰਦਿਆਂ ਨਾਲ ਆਪਣਾ ਕੰਮ ਹੁੰਦਾ ਰਹੇਗਾ। ਹੁੰਦਾ ਰਹੇਗਾ। ਅਗਰ ਤੁਸੀਂ ਆਪਣੇ ਫਾਰਮ ਤੇ ਨਹੀਂ ਜੇ ਮੌਜੂਦ ਨਹੀਂ ਜੇ ਤਾਂ ਕੰਮ ਨਹੀਂ ਹੁੰਦਾ। ਸਹੀ ਹੈ, ਉਹ ਬੰਦਾ ਫੇਲ ਹੋ ਜਾਂਦਾ। ਮੇਰਾ ਇੱਕ ਨਜ਼ਰੀਆ ਹੈ ਕਿ ਆਉਣ ਵਾਲਾ ਜਿਹੜਾ ਵੀ ਦੌਰ ਹੈ ਜੀ, ਹਰ ਆਉਣ ਵਾਲਾ ਸਾਲ, ਮੈਂ ਇਹ ਗੱਲ ਦੋਸਤਾਂ ਨੂੰ ਵੀ ਦੱਸਣਾ ਤੇ ਔਰ ਮੇਰਾ ਵੀ ਮਾਈਂਡ ਸੈਟ ਹੈ ਕਿ 2020 ਦੇ ਵਿੱਚ ਨਾ ਵੱਛਿਆਂ ਦਾ ਬਹੁਤ ਮੰਦਾ ਪਿਆ। ਲੋਕ ਅੱਧੇ ਵੱਛੇ ਵੀ ਨਹੀਂ ਸਨ ਵਿਕੇ ਤੇ ਵੱਛੇ ਲੈ ਕੇ ਤੇ ਆਪਣੇ ਘਰ ਆ ਗਏ ਸਨ ਮੰਡੀਆਂ 'ਚ ਕੁਰਬਾਨੀ। ਹੁਣ ਮੇਰਾ ਇਹ ਖਿਆਲ ਹੈ ਕਿ ਹਰ ਆਉਣ ਵਾਲਾ ਵਕਤ, ਹਰ ਸਾਲ ਕਦੀ ਵੀ ਕੁਰਬਾਨੀ ਦੀ ਕਿਸੇ ਮੰਡੀ ਦੇ ਵਿੱਚ ਕੋਈ ਵੱਛਾ ਬਚ ਕੇ ਘਰ ਨਹੀਂ ਆਏਗਾ, ਹੋਏ ਠੀਕ ਠਾਕ। ਜੀ, ਉਹ ਇਹ ਗੱਲ ਤੁਹਾਡੀ ਠੀਕ ਹੈ। ਅਸਲ ਸਲੈਟਰ ਮਾਲ ਬਹੁਤ ਲੈ ਰਹੇ, ਜ਼ਿਆਦਾ ਮਾਲ ਸਲੈਟਰ ਜਾ ਰਿਹਾ। ਫਿਰ ਜਦੋਂ ਰਾਨ ਖੁੱਲਦਾ, ਰਾਨ ਜਦੋਂ ਮਾਲ ਜਾਂਦਾ ਉਦੋਂ ਮਾਲ ਦੀ ਕਮੀ ਆ ਜਾਂਦੀ। ਯਾਨੀ ਕਿ ਜਾਨਵਰ ਤੁਸੀਂ ਇਹ ਹਿਸਾਬ ਲਓ ਕਿ ਅਗਰ ਰਾਨ ਨਹੀਂ ਨਾ ਖੁੱਲਿਆ, ਜਾਨਵਰ ਮੰਡੀ ਗਿਆ, ਉਹ ਸੇਲ ਹੋਇਆ, ਫਿਰ ਪਿੰਡਾਂ ਚਲਾ ਗਿਆ, 2 ਮਹੀਨੇ ਰੱਖਿਆ, 3 ਮਹੀਨੇ ਰੱਖਿਆ, ਫਿਰ ਉਹ ਮੰਡੀ ਆ ਗਿਆ, ਫਿਰ ਅਸੀਂ ਜਾ ਕੇ ਲੈ ਲਿਆ। ਅਗਰ ਇੱਥੋਂ ਜਿਹੜਾ ਲੋਡ ਹੋ ਗਿਆ, ਰਾਨ ਬਾਰਡਰ ਟੱਪ ਗਿਆ, ਵਾਪਸ ਨਹੀਂ ਆਉਣਾ, ਉਹ ਕਮੀ ਹੋ ਗਈ। ਹਾਂਜੀ, ਉਹ ਕਮੀ ਹੋ ਜਾਂਦੀ ਹੈ ਜਾਨਵਰ। ਪੂਰੀ ਦੁਨੀਆ ਦੇ ਵਿੱਚ ਖੁਰਾਕ ਦੀ ਕਿੱਲਤ ਹੈ, ਗੋਸ਼ਤ ਦੀ ਕਿੱਲਤ ਹੈ। ਗੋਸ਼ਤ ਪੂਰਾ ਕਿਸੇ ਵੀ ਕੰਟਰੀ ਦੇ ਵਿੱਚ ਨਹੀਂ ਹੁੰਦਾ, ਬਾਹਰੋਂ ਹਰ ਮੁਲਕ ਨੂੰ ਮੰਗਵਾਉਣਾ ਪੈਂਦਾ। ਤੇ ਪਾਕਿਸਤਾਨ ਕੋਈ ਸਹੂਲਤ ਹੈ ਕਿ ਸਾਡੇ ਕੋਲ ਜਿਹੜਾ ਨਾ, ਅਸੀਂ ਤਾਂ ਮੇਰਾ ਹਾਲੇ ਚੰਗਾ ਗੋਸ਼ਤ ਵੀ ਨਹੀਂ ਸਾਨੂੰ ਖਾਣ ਨੂੰ ਲੱਭਦਾ। ਸਾਨੂੰ ਤੇ ਉਹੀ ਚੰਗਾ ਜਾਨਵਰ ਜਿਹੜਾ ਉਹ ਸਲੈਟਰ ਜਾ ਰਿਹਾ, ਬਾਹਰ ਹੀ ਜਾ ਰਿਹਾ ਸਾਰਾ। ਬਿਲਕੁਲ ਉਹ ਸਾਡੇ ਇੱਥੇ ਮੁਕੱਦਰਾਂ 'ਚ ਨਹੀਂ ਹੁੰਦਾ। ਔਰ ਖਾਸ ਕਰ ਕਰਾਚੀ ਦੇ ਵਿੱਚ ਤੇ ਜੋ ਤਰੋਕੜ, ਖਾਂਗੜ, ਪੰਡਰ ਤੇ ਟੁੱਕ ਕੇ ਜਿਹੜਾ ਨਾ, ਉਹ ਵੀ ਬਲਕਿ ਬਾਹਰ ਜਾ ਰਹੀ ਹੈ। ਤੁਹਾਡੇ ਇਲਾਕੇ ਦੇ ਵਿੱਚ ਦੋਸਤ ਬੜੇ ਨਾ ਮੱਝਾਂ ਦਾ ਕੰਮ ਛੱਡ ਕੇ ਵੱਛੀਆਂ ਲਾ ਰਹੇ ਨੇ। ਪਾਕਿਸਤਾਨ ਦੇ ਹੋਰ ਸ਼ਹਿਰਾਂ 'ਚ ਵੀ ਮੱਝਾਂ ਦਾ ਛੱਡ ਕੇ ਵੱਛੀਆਂ ਲਾ ਰਹੇ ਨੇ। ਇਹੀ ਗੱਲ ਤੁਹਾਨੂੰ ਦੱਸੀ ਨਾ, ਜਿਹੜੇ ਨਾ ਮੱਝਾਂ ਦੇ, ਉਹ ਇੱਕ ਤੇ ਜਦੋਂ ਸਾਰੇ ਬੰਦੇ ਮੱਝਾਂ ਹੋ ਗਏ, ਬਾਖੜੀ ਬੜੀ ਮਹਿੰਗੀ ਹੋ ਗਈ ਸੀ। ਬਾਖੜੀ ਲੱਭਦੀ ਸੀ 2 ਤੋਂ 2.5 ਲੱਖ ਦੀ। ਫਿਰ ਉਹ ਸੇਲ ਕਿੰਨੇ ਦੀ ਹੁੰਦੀ ਸੀ? 3.5 ਦੀ, 4 ਦੀ, ਲੱਖ ਤੇ ਖਰਚਾ ਆ ਜਾਂਦਾ। ਉਹਦੇ 'ਚ ਬੱਚਤ ਖਤਮ ਹੋ ਗਈ ਸੀ। ਉਸ ਤੋਂ ਬਾਅਦ ਫਿਰ ਜਿਹੜੀ ਤੁਹਾਨੂੰ ਅੱਗੇ ਗੱਲ ਦੱਸੀ ਹੈ ਕਿ ਜਾਨਵਰ ਧਾਰ ਵੇਖਦਾ, ਠੱਗੀ ਹੋ ਗਈ, ਅੱਗੇ ਪਿੱਛੇ ਪੈਸੇ ਲੇਟ ਮਿਲੇ, ਇਹਨਾਂ ਚੀਜ਼ਾਂ ਤੋਂ ਤੰਗ ਆ ਕੇ ਦੁਨੀਆ ਫਿਰ ਵੱਛਿਆਂ ਹੋ ਗਈ ਵੀ ਚਲੋ ਥੋੜਾ ਜਾਂ ਬਹੁਤਾ ਕੋਲ ਤੇ ਹੈ ਹਰ ਚੀਜ਼। ਬਿਲਕੁਲ, ਯਾਨੀ ਕਿ ਪੇਮੈਂਟ ਜਿਹੜੀ ਹੈ ਜਦੋਂ ਸਾਡਾ ਦਿਲ ਕਰੇਗਾ ਵੇਚ ਕੇ ਅਸੀਂ ਹੱਥ 'ਚ ਕਰ ਲਾਂਗੇ, ਲੋੜ ਪਏਗੀ। ਠੀਕ ਹੋ ਗਿਆ। ਯਾਨੀ ਕਿ ਇਹ ਮਾਲ ਜਦੋਂ ਵੀ ਤੁਸੀਂ ਮੰਡੀ ਲੈ ਜਾਓ, ਸਲੈਟਰ ਲੈ ਜਾਓ, ਉਦੋਂ ਤੁਹਾਨੂੰ ਕੈਸ਼ ਮਿਲ ਜਾਏਗਾ ਇਹਦਾ। ਸਹੀ ਹੋ ਗਿਆ ਜੀ।
3 ਤੋਂ 4 ਕਾਰੋਬਾਰ ਨੇ ਵੱਛਾ ਫਾਰਮਿੰਗ ਦੇ ਵਿੱਚ। ਇੱਕ ਤੇ ਵੱਛਾ ਲੈ ਕੇ ਉੱਥੇ ਹੀ ਵੇਚ ਦੇਣਾ, 1-2 ਦਿਨ ਬਾਅਦ ਵੇਚ ਦੇਣਾ, ਵੱਛਾ ਸਲਾਟਰ ਕਰਵਾਉਣਾ, ਵੱਛੇ ਨੂੰ ਕੁਰਬਾਨੀ ਲਈ ਪਾਲਣਾ, ਵੱਛੇ ਨੂੰ 1-2 ਮਹੀਨਾ ਪਹਿਲੇ ਕੁਰਬਾਨੀ ਤੋਂ ਲੈਣਾ। ਤੁਹਾਡਾ ਫੇਵਰੇਟ ਬਿਜ਼ਨਸ ਕਿਹੜਾ ਹੈ, ਕਿਹਨੂੰ ਸਭ ਤੋਂ ਜ਼ਿਆਦਾ ਅਸੀਂ ਜੀ ਜਦੋਂ ਪਸੰਦ ਮਾਲ ਕਰਦੇ? ਲੈ ਆਈਦਾ ਮੰਡੀ 'ਚ ਮੰਡੀ ਤੋਂ ਜਦੋਂ ਫਾਰਮ ਤੇ ਆ ਜਾਂਦਾ ਨਾ, ਅਸੀਂ ਉਹਨੂੰ ਸੇਲ ਨਹੀਂ ਕਰਦੇ, ਅਸੀਂ ਉਹਨੂੰ ਕਰਾਂਗੇ ਸੇਲ ਤਿਆਰ ਕਰਕੇ। ਠੀਕ ਹੈ। ਅਗਰ ਉਹ ਕੁਰਬਾਨੀ ਦੇ ਕਾਬਲ ਹੈ, ਸੋਹਣਾ ਨਿਕਲਿਆ, ਉਹਨੂੰ ਡੱਕ ਦੇਣਾ ਅਸੀਂ ਕੁਰਬਾਨੀ ਲਈ। ਅਗਰ ਉਹ ਜਾਨਵਰ ਸੋਹਣਾ ਨਹੀਂਗਾ, ਨਹੀਂ ਸਾਡੇ ਦਿਲ ਲੱਗਾ, ਉਹਨੂੰ ਸਲੈਟਰ ਭੇਜ ਦੇਣਾ। ਠੀਕ ਹੈ, ਉਧਰੋਂ ਵੀ ਅੱਛੇ ਪੈਸੇ ਮਿਲ ਗੁਜ਼ਾਰਾ ਹੋ ਜਾਂਦਾ, ਹਾਂਜੀ ਘਾਟਾ ਠੀਕ, ਨਹੀਂ ਹਾਂਜੀ ਪੈਂਦਾ। ਹਾਂਜੀ, ਨਹੀਂ ਪ੍ਰੋਫਿਟ ਮਿਲ ਜਾਂਦਾ। ਸਹੀ ਹੋ ਗਿਆ। ਅੱਛਾ ਕੰਮ ਹੈ, ਮਾੜਾ ਨਹੀਂ। ਵੱਛਾ ਫਾਰਮਿੰਗ ਸ਼ੁਰੂ ਕਰਨ ਵਾਲੇ ਦੋਸਤਾਂ ਨੂੰ ਕੋਈ ਇੱਕ ਟਿਪ, ਕੋਈ ਇੱਕ ਪੈਗਾਮ ਕਿ 2 ਤੋਂ ਸ਼ੁਰੂ ਕਰ ਲੈਣ, 10 ਤੋਂ ਕਰ ਲੈਣ, 50 ਤੋਂ ਕਰ ਲੈਣ, 100 ਤੋਂ ਕਰ ਲੈਣ, ਕਿੰਨੀ ਇਨਵੈਸਟਮੈਂਟ ਤੋਂ ਸ਼ੁਰੂ ਕਰਨ? ਉਹ ਜਿੰਨੀ ਕਿਸੇ ਕੋਲ ਗੁੰਜਾਇਸ਼ ਹੈ, ਲਾਜ਼ਮੀ ਨਹੀਂ ਹੈ ਕਿ ਸਾਡੇ ਕੋਲ 100 ਦੀ ਗੁੰਜਾਇਸ਼ ਹੈ ਤੇ ਅਸੀਂ 100 ਹੀ ਕਰ ਲਈਏ। ਇਸ ਤਰ੍ਹਾਂ ਇੱਕ ਦੋਸਤ ਹੈ ਮੇਰਾ, ਉਹਦੇ ਕੋਲ 30 ਲੱਖ ਰੁਪਈਆ, ਉਹਨੇ ਆਖਿਆ ਮੈਂ ਵੱਛਿਆਂ ਦਾ ਕੰਮ ਸ਼ੁਰੂ ਕਰਨਾ। ਉਹਨੂੰ ਮੈਂ ਨਾ ਦੱਸਿਆ ਕਿ ਤੂੰ ਨਾ ਵਾਂਸਾਂ ਦਾ ਵਾੜਾ ਬਣਾ ਲਾ, ਯਾਨੀ ਕਿ 2-4 ਲੱਖ ਰੁਪਈਆ ਲਾ ਕੇ ਦਸਤੀ ਯਾਨੀ ਕਿ ਤਿਆਰ ਕਰਕੇ ਤੇ ਮਾਲ ਪਾ ਲੈ। ਉਹਨੇ ਮੇਰੀ ਨਾ ਮੰਨੀ, ਉਹਨੇ ਜਨਾਬ ਵਾੜਾ ਸੋਹਣਾ VIP ਸਾਰਾ, ਯਾਨੀ ਕਿ 30 ਲੱਖ ਚੋਂ 25 ਲੱਖ ਉਹਨੇ ਉੱਤੇ ਲਾ ਦਿੱਤਾ। 5 ਲੱਖ ਦੇ ਮਗਰ 5 ਵੱਛੇ ਲੈ ਕੇ ਉਹਨੇ ਵਿੱਚ 1 ਸਾਲ ਉਹਨੇ ਕੰਮ ਕੀਤਾ, ਹੁਣ ਬੱਕਰੀਆਂ ਲੈ ਲਈਆਂ, ਫੇਲ ਹੋ ਗਏ। ਯਾਨੀ ਕਿ ਇਹ ਲਾਜ਼ਮੀ ਨਹੀਂ ਕਿ ਅਗਰ ਤੁਹਾਡੇ ਕੋਲ 10 ਲੱਖ ਰੁਪਈਆ ਤਾਂ ਤੁਸੀਂ 8 ਲੱਖ ਜਗ੍ਹਾ ਤੇ ਲਾਓ, 2 ਲੱਖ ਦੇ ਵੱਛੇ ਲਾਓ, ਨਹੀਂ। ਯਾਨੀ ਕਿ ਜਗ੍ਹਾ ਜਿਹੜੀ ਹੈ ਤੁਸੀਂ ਆਪਣੀ ਨਾਰਮਲ ਜਿਹੜੀ ਵਾਂਸਾਂ ਦੀ ਬਣਾ ਲਓ, ਨਾਰਮਲ ਖੁਰਲੀਆਂ ਤੇ ਬੰਨ ਲਓ, ਜਿੱਦਾਂ ਵੀ ਤੁਸੀਂ ਜਾਨਵਰ ਜਿਹੜਾ ਲਿਆ ਕੇ 10 ਤੋਂ 2 ਤੋਂ 3 ਤੋਂ 4 ਤੋਂ ਵੀ ਸ਼ੁਰੂ ਕਰ ਸਕਦੇ। ਸਟਾਰਟ ਜਿਹੜਾ ਉਹ ਵੱਛਿਆਂ ਤੇ ਇਨਵੈਸਟਮੈਂਟ ਕਰੋ ਬਜਾਏ। ਹਾਂਜੀ, ਬਿਲਡਿੰਗ ਵੇਖੋ ਜੀ, ਤੁਹਾਡੇ ਕੋਲ ਅਗਰ ਪੇਮੈਂਟ ਇੰਨੀ ਹੈ ਕਿ ਤੁਸੀਂ ਜਾਨਵਰ 10 ਲੈ ਸਕਦੇ ਹੋ, ਤੁਸੀਂ ਉਹਨਾਂ ਲਈ ਜਗ੍ਹਾ 10 ਲਈ ਬਣਾਉਣ ਡਿਆ ਪਏ ਤਾਂ ਬਚਣੇ ਕੀ ਮਗਰ? ਗੁੰਜਾਇਸ਼ ਦੇ ਹਿਸਾਬ ਨਾਲ ਤੁਸੀਂ ਜਾਨਵਰ ਜਿਹੜੇ ਨੂੰ ਸਟਾਰਟ ਕਰੋ, ਵਾਂਸਾਂ ਦਾ ਦੇਸੀ ਕੰਮ ਕਰ ਲਓ, ਸਿਰਕੀ ਪਾ ਲਓ ਤੇ ਯਾਨੀ ਕਿ ਵਾਂਸਾਂ ਦਾ ਬਣਾ ਲਓ। ਹਾਂਜੀ, ਉਹ ਨਾਰਮਲ ਬਣਾ ਕੇ 10 ਤੋਂ ਸਟਾਰਟ ਲੈ ਲਓ, 3 ਤੋਂ 4 ਤੋਂ 5 ਤੋਂ, ਜਿੰਨੇ ਤੋਂ ਮਰਜ਼ੀ, ਜਿੰਨੀ ਤੁਹਾਡੇ ਕੋਲ ਗੁੰਜਾਇਸ਼ ਹੈ ਤੁਸੀਂ ਕਰੋ ਕੰਮ ਕਰਨਾ ਚਾਹੀਦਾ। ਲੋ ਦੋਸਤੋ, ਭਾਈ ਦੇ ਕੋਲ ਬਹਾਵਲ ਨਗਰ ਮੌਜੂਦ ਆ, ਆਪਣੇ ਸਿਆਲਕੋਟ ਦੇ ਇਲਾਕੇ 'ਚੋਂ ਤਕਰੀਬਨ 500-600 ਕਿਲੋਮੀਟਰ ਸਫ਼ਰ ਕਰਕੇ ਆਏ ਆ। ਤੇ ਮੇਰਾ ਖਿਆਲ ਹੈ ਕਿ ਆਉਣ ਦਾ ਸਾਡਾ ਜਿਹੜਾ ਚਾਹ ਪਾਣੀ ਹੈ ਨਾ, ਉਹ ਨਿਕਲ ਆਇਆ। ਸਾਨੂੰ ਤੇ ਸਿੱਖਣ ਨੂੰ ਵੀਡੀਓ ਦੇ ਵਿੱਚ ਹੀ ਬਹੁਤ ਕੁਝ ਮਿਲਿਆ, ਔਰ ਅਗਰ ਤੁਸੀਂ ਸਮਝਦੇ ਹੋ ਕਿ ਤੁਹਾਨੂੰ ਸਿੱਖਣ ਨੂੰ ਕੁਝ ਮਿਲਿਆ ਤੇ ਸ਼ੇਅਰ ਇਸ ਹਵਾਲੇ ਨਾਲ ਕਰਿਓ ਕਿ ਪਾਕਿਸਤਾਨੀ ਜਿਹੜੇ ਸਾਡੇ ਭਰਾ ਨੇ, ਨਵੇਂ ਬਗੈਰ ਕੋਈ ਸੋਚਿਓ ਸਮਝਿਓ ਛਾਲਾ ਮਾਰ ਦਿੰਦੇ ਨੇ ਕਿਸੇ ਕੰਮ 'ਚ। ਅਗਰ ਇਹ ਵੀਡੀਓ ਨੂੰ ਪੂਰੀ ਵੇਖ ਲੈਣ ਤੇ ਮੇਰਾ ਖਿਆਲ ਹੈ ਕਿ ਅਲੀਫ ਬੇ ਹੋ ਨੋ ਉਹਨਾਂ ਨੂੰ ਵੱਛਾ ਫਾਰਮਿੰਗ ਦੀ ਸਮਝ ਆਈ ਹੈਗੀ। ਇੱਕ ਨੈਕਸਟ ਵੀਡੀਓ 'ਚ ਮਿਲਾਂਗੇ। ਅੱਲਾ।